ਵਿਚ ਐਲੀਮੈਂਟ ਇਜ਼ ਨਾਟ ਜਨਰਲੀ ਪ੍ਰੈਜ਼ੈਂਟ ਇਨ ਫਰਟੀਲਾਈਜ਼ਰਸ, ਯਾਨੀ ਕਿ ਖਾਦ ਦੇ ਵਿੱਚ ਜਿਹੜਾ ਆਮ ਤੌਰ 'ਤੇ ਤੱਤ ਜਿਹੜਾ ਮੌਜੂਦ ਨਹੀਂ ਹੁੰਦਾ ਹੈਗਾ। ਲਾਸਟ ਵੀਡੀਓ ਦੇ ਵਿੱਚ ਨਾ ਕੁਐਸਚਨ ਦੇ ਵਿੱਚ ਥੋੜ੍ਹੀ ਜਿਹੀ ਕਨਫਿਊਜ਼ਨ ਸੀਗੀ, ਤਾਂ ਮੈਂ ਸਟਾਰਟ ਇਸੇ ਤੋਂ ਕਰਨਾ ਚਾਹ ਰਿਹਾ ਸੀਗਾ। ਬੇਸਿਕਲੀ ਮੈਂ ਦੱਸਿਆ ਤੁਹਾਨੂੰ ਕਿ ਆਪਾਂ ਨੂੰ ਜਿਹੜੀ ਆਪਣੀ ਜ਼ਮੀਨ ਹੈ ਉਹਨੂੰ ਜਿਹੜੇ ਤੁਸੀਂ ਲਿਸਟ ਦੇਖ ਰਹੇ ਹੋ, ਇਹ ਮਾਈਕਰੋ ਨਿਊਟਰੀਐਂਟ ਚਾਹੀਦੇ ਹੁੰਦੇ ਨੇ, ਅਤੇ ਜਿਹੜੇ ਮੈਕਰੋ ਨਿਊਟਰੀਐਂਟ ਯਾਨੀ ਕਿ ਜਿਹੜੀ ਜ਼ਿਆਦਾ ਕੁਆਂਟਿਟੀ ਦੇ ਵਿੱਚ ਚਾਹੀਦੇ ਹੁੰਦੇ ਨੇ ਉਹ ਇਸ ਲਿਸਟ ਹੈ ਇਹਦੀ। ਅਤੇ ਤੁਹਾਨੂੰ ਆ ਵੀ ਦੱਸਿਆ ਸੀਗਾ ਕਿ ਪਾਣੀ ਤੋਂ ਉਹਨਾਂ ਨੂੰ ਆਕਸੀਜਨ ਅਤੇ ਹਾਈਡਰੋਜਨ ਜਿਹੜੀ ਹੈ ਮਿਲ ਜਾਂਦੀ ਹੈਗੀ ਹੈ, ਅਤੇ ਕਾਰਬਨ ਡਾਈਆਕਸਾਈਡ ਤੋਂ ਉਹਨਾਂ ਨੂੰ ਕਾਰਬਨ ਮਿਲ ਜਾਂਦੀ ਹੈਗੀ। ਤਾਂ ਬੇਸਿਕਲੀ ਜੇਕਰ ਚੀਜ਼ ਹੈ ਉਹਨਾਂ ਵਿੱਚ ਨਾ ਮਤਲਬ ਕਿ ਜ਼ਰੂਰਤ ਤੋਂ ਜ਼ਿਆਦਾ ਜਿੰਨੀ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਈਜ਼ੀਲੀ ਮਿਲ ਜਾਂਦੀ ਹੈਗੀ ਹੈ। ਅਤੇ ਜਿਹੜਾ NPK ਹੈ ਮੈਂ ਤੁਹਾਨੂੰ ਦੱਸਿਆ ਸੀਗਾ, ਨਾਈਟ੍ਰੋਜਨ ਦਿੰਦਾ ਹੈਗਾ, ਫੋਸਫੋਰਸ ਦਿੰਦਾ ਹੈਗਾ, ਪੋਟਾਸ਼ੀਅਮ ਦਿੰਦਾ ਹੈਗਾ। ਦੈਟ ਮੀਨਸ ਇਹਨਾਂ ਤਿੰਨਾਂ ਦੀ ਤਾਂ ਜ਼ਰੂਰਤ ਰਹੂਗੀ ਹੀ। ਅਤੇ ਜਿਹੜਾ ਜਰਨਲੀ ਫਰਟੀਲਾਈਜ਼ਰ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦਾ ਹੈ ਉਹ ਹੈਗਾ ਜੀ ਹਾਈਡਰੋਜਨ। ਤਾਂ ਇਸ ਕੁਐਸਚਨ ਦਾ ਆਪਣਾ ਆਨਸਰ ਕੀ ਹੋ ਜਾਊਗਾ ਜੀ? ਆਪਸ਼ਨ ਨੰਬਰ B, ਹਾਈਡਰੋਜਨ। ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਪਾਰਟ 23 ਆਫ ਆਵਰ ਔਨਗੋਇੰਗ ਸੀਰੀਜ਼ ਨਾਇਬ ਤਹਿਸੀਲਦਾਰ ਐਂਡ PPSC। ਤਾਂ ਆਪਾਂ ਜ਼ਿਆਦਾ ਟਾਈਮ ਨਾਲ ਆਉਂਦੇ ਹੋਏ ਫਟਾਫਟ ਸ਼ੁਰੂ ਕਰਦੇ ਹਾਂ, ਕਿਉਂਕਿ ਪਹਿਲਾ ਕੁਐਸਚਨ ਤਾਂ ਮੈਂ ਡਿਸਕਸ ਕਰ ਚੁੱਕਿਆ ਤੁਹਾਨੂੰ, ਕਿਉਂਕਿ ਉਹਦੇ ਵਿੱਚ ਜਿਹੜੀ ਕਨਫਿਊਜ਼ਨ ਸੀਗੀ ਉਹ ਹਾਈਡਰੋਜਨ ਦੇ ਬਾਰੇ ਸੀਗੀ, ਉਹ ਹੁਣ ਕਲੀਅਰ ਹੋ ਚੁੱਕੀ ਹੈ। ਤੁਸੀਂ ਮੇਰੀ ਹੋਰ ਵੀ ਵੀਡੀਓਜ਼ ਦੇਖ ਸਕਦੇ ਹੋ ਜਿਹੜੀ ਤੁਹਾਨੂੰ ਆਉਣ ਵਾਲੇ ਪੰਜਾਬ ਦੇ ਐਗਜ਼ਾਮ ਦੇ ਵਿੱਚ ਹੈਲਪ ਕਰੇਗੀ, ਚਾਹੇ ਉਹ ਪਟਵਾਰੀ ਦਾ ਹੋਵੇ ਜਾਂ ਹੋਰ ਵੀ ਜਿੰਨੇ ਐਗਜ਼ਾਮ ਆਉਣਗੇ। ਅਤੇ ਤੁਸੀਂ ਹੈਸ਼ਟੈਗ ਯੂਜ਼ ਕਰ ਸਕਦੇ ਹੋ ਸਟੱਡੀ ਵਿਦ ਸੁਨੀਲ ਜਿੰਦਲ। ਇਹ ਕੁਐਸਚਨ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ ਹੁਣੀ। ਆਪਾਂ ਹੁਣ ਜਾਂਦੇ ਹਾਂ ਨੈਕਸਟ ਕੁਐਸਚਨ ਦੀ ਔਰ। ਉਸ ਤੋਂ ਬਾਅਦ ਹੈਗਾ ਕਿ ਜਿਹੜਾ ਐਟਮ ਦਾ ਨਿਊਕਲੀਅਸ ਹੁੰਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ। ਜਿਹੜੇ ਬੱਚੇ ਨੂੰ ਸਾਇੰਸ ਬੈਕਗਰਾਊਂਡ ਤੋਂ ਆਉਂਦੇ ਨੇ ਉਹਨਾਂ ਨੂੰ ਸ਼ਾਇਦ ਪਤਾ ਵੀ ਹੋਵੇ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਮੈਂ ਦੱਸ ਦਿੰਦਾ, ਚੰਗੀ ਤਰ੍ਹਾਂ ਐਕਸਪਲੇਨ ਕਰ ਦੇਣਾ ਇਸ ਇਮੇਜ ਦੇ ਰਾਹੀਂ। ਜਿਹੜਾ ਐਟਮ ਦਾ ਨਿਊਕਲੀਅਸ ਹੈ ਨਾ, ਉਹ ਹੈਗਾ ਜਿਹੜਾ ਤੁਸੀਂ ਵਾਇਲਟ ਕਲਰ ਦੇ ਵਿੱਚ ਨਾ ਬੈਂਗਨੀ ਜਿਹੇ ਰੰਗ ਦੇ ਵਿੱਚ ਇੱਕ ਸਰਕਲ ਦੇਖ ਰਹੇ ਹੋ। ਇਸ ਸਰਕਲ ਦੇ ਵਿੱਚ ਕੀ ਹੁੰਦਾ ਹੈ? ਨਿਊਟਰੋਨ ਹੁੰਦੇ ਨੇ ਅਤੇ ਪ੍ਰੋਟੋਨ ਹੁੰਦਾ ਹੈਗਾ। ਦੈਟ ਮੀਨਸ ਕੁਐਸਚਨ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਨਿਊਕਲੀਅਸ ਆਫ ਐਨ ਐਟਮ ਕੰਸਿਸਟ ਆਫ ਨਿਊਟਰੋਨ ਐਂਡ ਪ੍ਰੋਟੋਨ। ਆਨਸਰ ਤਾਂ ਆ ਜਾਊਗਾ ਆਪਣਾ ਆਪਸ਼ਨ ਨੰਬਰ C। ਹੁਣ ਫਿਰ ਵੀ ਥੋੜ੍ਹੀ ਜਿਹੀ ਬੇਸਿਕ ਅੰਡਰਸਟੈਂਡਿੰਗ ਲਈ ਦੱਸ ਦਿੰਦਾ ਕਿ ਇੱਕ ਐਟਮ ਦੇ ਵਿੱਚ ਜਿਹੜਾ ਹੈ ਇਲੈਕਟ੍ਰੋਨ, ਨਿਊਟਰੋਨ, ਪ੍ਰੋਟੋਨ ਤਿੰਨੋਂ ਹੀ ਹੁੰਦੇ ਹੈਗੇ। ਲੇਕਿਨ ਜਿਹੜਾ ਇਹਦਾ ਪਰਟੀਕੂਲਰ ਨਿਊਕਲੀਅਸ ਹੁੰਦਾ ਹੈਗਾ, ਕੁਐਸਚਨ ਦੇ ਵਿੱਚ ਉਹੀ ਪੁੱਛਿਆ ਕਿ ਉਹਦੇ ਵਿੱਚ ਕੀ ਹੁੰਦਾ। ਇੱਕ ਹੁੰਦਾ ਪ੍ਰੋਟੋਨ ਅਤੇ ਇੱਕ ਹੁੰਦਾ ਨਿਊਟਰੋਨ। ਅਤੇ ਜਿਹੜਾ ਇਹਦਾ ਆਊਟਰ ਰਿੰਗ ਹੁੰਦਾ ਵੀ ਉਹ ਹੁੰਦਾ ਹੈਗਾ ਉਹਦੇ ਵਿੱਚ ਇਲੈਕਟ੍ਰੋਨ। ਆ ਤੁਸੀਂ ਦੇਖ ਹੀ ਰਹੇ ਹੋ ਜਿਹੜਾ। ਆਈ ਥਿੰਕ ਤੁਹਾਨੂੰ ਕਲੀਅਰ ਹੈ ਕਿ ਇਲੈਕਟ੍ਰੋਨ, ਨਿਊਟਰੋਨ ਅਤੇ ਪ੍ਰੋਟੋਨ ਦੇ ਇਹਨਾਂ ਦੀ ਸਪੈਸੀਫਿਕ ਜਗ੍ਹਾ ਕੀ ਹੈ। ਅਤੇ ਜਦੋਂ ਵੀ ਇੱਕ ਐਟਮ ਦੀ ਜਿਹੜੀ ਰਿਐਕਟੀਵਿਟੀ ਹੈ ਨਾ, ਉਹ ਇਲੈਕਟ੍ਰੋਨ 'ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਕਿ ਉਹ ਦੂਜੇ ਐਟਮ ਨਾਲ ਮਿਲ ਕੇ ਇਲੈਕਟ੍ਰੋਨ ਲਵੇਗਾ ਜਾਂ ਇਲੈਕਟ੍ਰੋਨ ਉਹਨੂੰ ਦੇ ਦੇਵੇਗਾ। ਤਾਂ ਚੀਜ਼ ਜਿਹੜੀ ਹੈ ਇਲੈਕਟ੍ਰੋਨ 'ਤੇ ਡਿਪੈਂਡ ਕਰਦੀ ਹੈ। ਲੇਕਿਨ ਜੇ ਆਪਾਂ ਕੁਐਸਚਨ ਦੇ ਸਟਿਕ ਆਨਸਰ ਕਰੀਏ ਤਾਂ ਹੋ ਜਾਊਗਾ ਜੀ ਪ੍ਰੋਟੋਨ ਅਤੇ ਨਿਊਟਰੋਨ, ਕਿਉਂਕਿ ਇਲੈਕਟ੍ਰੋਨ ਦੇ ਉੱਪਰ ਨੈਗੇਟਿਵ ਚਾਰਜ ਹੁੰਦਾ, ਪ੍ਰੋਟੋਨ ਦੇ ਉੱਪਰ ਪੋਜ਼ੀਟਿਵ ਚਾਰਜ ਹੁੰਦਾ। ਨਿਊਟਰੋਨ ਜੋ ਆਪਣਾ ਨਿਊਟਰਲ ਹੀ ਰਹਿੰਦਾ ਹੈਗਾ। ਅਤੇ ਨੈਗੇਟਿਵ ਪੋਜ਼ੀਟਿਵ ਇੱਕ ਤਰ੍ਹਾਂ ਤੋਂ ਦੂਜੇ ਨੂੰ ਕੈਂਸਲ ਆਊਟ ਕਰਕੇ ਨਿਊਟਰਲ ਹੀ ਬਣ ਜਾਂਦੇ ਨੇ। ਅਤੇ ਕਿਸੇ ਵੀ ਐਟਮ ਦੇ ਵਿੱਚ ਨੰਬਰ ਆਫ ਇਲੈਕਟ੍ਰੋਨ ਜੇਕਰ ਵੱਧ ਜਾਣ ਤਾਂ ਉਹਦੇ ਉੱਪਰ ਚਾਰਜ ਨੈਗੇਟਿਵ ਆ ਜਾਂਦਾ ਹੈਗਾ। ਜੇਕਰ ਕਿਸੇ ਕੋਲ ਪ੍ਰੋਟੋਨ ਵੱਧ ਜਾਣ, ਪ੍ਰੋਟੋਨ ਕਿਵੇਂ ਵਧਣਗੇ ਕਿ ਇਲੈਕਟ੍ਰੋਨ ਰਿਲੀਜ਼ ਕਰ ਦੇਗਾ, ਤਾਂ ਪ੍ਰੋਟੋਨ ਵੱਧ ਜਾਣਗੇ ਤਾਂ ਉਹਦੇ ਉੱਪਰ ਪੋਜ਼ੀਟਿਵ ਚਾਰਜ ਆ ਜਾਊਗਾ। ਕਾਫੀ ਬੇਸਿਕ ਚੀਜ਼ਾਂ ਨੇ, ਲੇਕਿਨ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ। ਜੇਕਰ ਪਤਾ ਹੈ ਤਾਂ ਇੱਕ ਤਰ੍ਹਾਂ ਦੀ ਤੁਹਾਡੀ ਰਿਵੀਜ਼ਨ ਵੀ ਹੋ ਗਈ ਹੈ। ਨੈਕਸਟ ਕੁਐਸਚਨ ਹੈਗੀ, ਹੁਣ ਆਪਾਂ ਨੂੰ 3 ਸਟੇਟਮੈਂਟ ਦਿੱਤੀ ਜਾਣਗੀਆਂ। ਪਹਿਲੀ ਸਟੇਟਮੈਂਟ ਹੈਗੀ ਹੈ ਕਿ ਦ ਬਾਊਂਡਰੀਜ਼ ਆਫ ਏ ਨੈਸ਼ਨਲ ਪਾਰਕ ਆਰ ਡਿਫਾਈਨਡ ਬਾਈ ਲੈਜਿਸਲੇਸ਼ਨ। ਦੂਜੀ ਸਟੇਟਮੈਂਟ ਹੈ ਏ ਬਾਇਓਸਫੇਅਰ ਰਿਜ਼ਰਵ ਇਜ਼ ਡਿਕਲੇਅਰਡ ਟੂ ਕੰਜ਼ਰਵ ਏ ਫਿਊ ਸਪੀਸੀਜ਼ ਆਫ ਫਲੋਰਾ ਐਂਡ ਫਨਾ। ਦੇਖਣ ਵਾਲੀ ਗੱਲ ਹੈ ਕਿ ਇਹਦੇ ਵਿੱਚ ਨਾ ਕਈ ਵਾਰ ਸਟੇਟਮੈਂਟ ਦਿੱਤੀ ਜਾਂਦੀ, ਤੁਸੀਂ ਵਰਡ ਬਾਏ ਵਰਡ ਦੇਖਣਾ ਹੁੰਦਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ। ਹੁਣ ਆਪਾਂ ਤੀਜੀ ਸਟੇਟਮੈਂਟ ਦੇਖ ਲੈਂਦੇ ਹਾਂ ਕਿ ਇਨ ਏ ਵਾਈਲਡ ਲਾਈਫ ਸੈਂਚੁਰੀ ਲਿਮਿਟਿਡ ਬਾਇਓਟਿਕ ਇੰਟਰਫੇਰੈਂਸ ਇਜ਼ ਪਰਮਿਟਡ। ਲਿਮਿਟਿਡ ਬਾਇਓਟਿਕ ਦਾ ਮਤਲਬ ਕੀ ਹੋ ਗਿਆ ਜੀ? ਇੱਕ ਤਰ੍ਹਾਂ ਤੋਂ ਹਿਊਮਨ ਇੰਟਰਫੇਰੈਂਸ, ਕਿਉਂਕਿ ਹਿਊਮਨ ਆਪਾਂ ਕੀ ਹਾਂ, ਬਾਇਓਟਿਕ ਹਾਂ, ਆਪਾਂ ਆਕਸੀਜਨ ਲੈਂਦੇ ਹਾਂ। ਕਿਉਂਕਿ ਜੇਕਰ ਇੱਥੇ ਚਾਹੁੰਦੇ ਨਾ ਉਹ ਹਿਊਮਨ ਵੀ ਲਿਖ ਸਕਦੇ ਸੀਗੇ, ਲੇਕਿਨ ਇੱਕ ਤਰ੍ਹਾਂ ਤੋਂ ਘੁਮਾਉਣ ਦੇ ਲਈ ਨਾ ਥੋੜ੍ਹਾ ਜਿਹਾ ਅੱਡ ਵਰਡ ਜਿਹੜੇ ਹੈ ਯੂਜ਼ ਕੀਤੇ ਗਏ। ਬੇਸਿਕਲੀ ਇਹ ਕੀ ਹੋਇਆ ਸੀਗਾ ਵੀ IS ਦੇ ਪ੍ਰੀ ਵਿੱਚ ਵੀ ਕੁਐਸਚਨ ਆਇਆ ਹੋਇਆ। ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਊਂਡਰੀਜ਼ ਆਫ ਨੈਸ਼ਨਲ ਪਾਰਕ। ਜਿਹੜਾ ਹੈ ਉਹ ਡਿਫਾਈਨ ਕਰਦਾ ਹੈਗਾ ਲੈਜਿਸਲੇਸ਼ਨ, ਯਾਨੀ ਕਿ ਇੱਕ ਸਟੇਟ ਦਾ ਜਿਹੜਾ ਲੈਜਿਸਲੇਸ਼ਨ ਹੈ ਉਹਨੂੰ ਡਿਫਾਈਨ ਕਰਦਾ ਹੈਗਾ, ਜੋ ਕਿ ਬਿਲਕੁਲ ਸਹੀ ਸਟੇਟਮੈਂਟ ਹੈ। ਕਿੰਨੀ ਉਹਦੀ ਬਾਊਂਡਰੀ ਰੱਖਣੀ ਹੈ, ਕਿ ਉਹਨੂੰ ਫਿਊਚਰ ਦੇ ਵਿੱਚ ਘਟਾਉਣਾ ਹੈ ਜਾਂ ਵਧਾਉਣਾ ਹੈ, ਆਹ ਸਾਰਾ ਜਿਹੜਾ ਹੈ ਸਟੇਟ ਲੈਜਿਸਲੇਟਿਵ ਕਰਦਾ ਹੈਗਾ। ਤਾਂ ਆਪਸ਼ਨ ਨੰਬਰ A ਤਾਂ ਯਾਨੀ ਕਿ ਪਹਿਲੀ ਸਟੇਟਮੈਂਟ ਆਪਣੀ ਸਹੀ ਹੈ। ਹੁਣ ਆਪਾਂ ਥੋੜ੍ਹੇ ਜਿਹੇ ਆਪਸ਼ਨ ਨਾਲ ਦੇਖ ਲੈਂਦੇ ਹਾਂ। ਦੈਟ ਮੀਨਸ ਆਪਾਂ ਕੀ ਕਰਾਂਗੇ ਜੀ, 2 ਐਂਡ 3 ਦਾ ਕੱਟ ਦੇਵਾਂਗੇ, ਕਿਉਂਕਿ ਪਹਿਲੀ ਸਟੇਟਮੈਂਟ ਤਾਂ ਡੈਫੀਨੇਟਲੀ ਹੋਊਗੀ ਹੀ ਹੋਊਗੀ।
ਹੁਣ ਗੱਲ ਕਰਦੇ ਹਾਂ ਕਿ ਬਾਇਓਸਫੀਅਰ ਕੀ ਕਰਦਾ ਹੈਗਾ। ਇਹ ਫਿਊ ਸਪੈਸੀਫਿਕ ਸਪੀਸੀਜ਼ ਲੈਂਦਾ ਹੈਗਾ, ਜਿਹੜਾ ਕਿ ਗਲਤ ਹੈ। ਇਹ ਫਿਊ ਨਹੀਂ ਲੈਂਦਾ ਹੈਗਾ ਜੀ, ਆਲਮੋਸਟ ਸਾਰੇ ਲੈਂਦਾ ਹੈਗਾ। ਜਿਹੜੀ ਵੀ ਇੰਡੇਂਜਰਡ ਸਪੀਸੀਜ਼ ਬਣ ਜਾਂਦੀਆਂ ਨੇ ਉਹ ਸਭ ਨੂੰ ਕਵਰ ਕਰਦਾ ਹੈਗਾ, ਕੋਈ ਸਪੈਸੀਫਿਕਲੀ ਕੁਛ ਨੂੰ ਕਵਰ ਨਹੀਂ ਕਰਦਾ ਹੈਗਾ। ਦੈਟ ਮੀਨਸ ਇਹਦਾ ਆਨਸਰ ਜਿਹੜਾ ਸੈਕਿੰਡ ਸਟੇਟਮੈਂਟ ਉਹ ਗਲਤ ਹੈ, ਅਤੇ ਦੂਜੇ ਦੇ ਹਿਸਾਬ ਨਾਲ ਆਪਣਾ ਆਪ ਹੀ ਗਲਤ ਹੋ ਗਿਆ। ਹੁਣ ਵੀ ਆਪਾਂ ਆਨਸਰ 'ਤੇ ਨਹੀਂ ਪਹੁੰਚ ਪਾਏ ਹਾਂ, ਕਿਉਂਕਿ ਥਰਡ ਸਟੇਟਮੈਂਟ ਦੇ ਬਾਰੇ ਵੀ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਕਹਿ ਰਿਹਾ ਕਿ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਬਾਇਓਟਿਕ ਇੰਟਰਫੇਰੈਂਸ ਜਿਹੜੀ ਹੈ ਪਰਮਿਟਡ ਹੁੰਦੀ ਹੈ। ਕੀ ਪਰਮਿਟਡ ਹੁੰਦੀ ਹੈ? ਨਹੀਂ ਹੁੰਦੀ ਜੀ। ਹਾਂ, ਬਿਲਕੁਲ ਆ ਪਰਮਿਟਡ ਹੁੰਦੀ ਹੈ। ਬਿਕੋਜ਼ ਜਿਹੜਾ ਨੈਸ਼ਨਲ ਪਾਰਕ ਹੈ ਨਾ, ਨੈਸ਼ਨਲ ਪਾਰਕ ਦੇ ਵਿੱਚ ਨਾ ਕੋਈ ਵੀ ਹਿਊਮਨ ਐਕਟੀਵਿਟੀ ਅਲਾਊਡ ਨਹੀਂ ਹੁੰਦੀ ਹੈਗੀ। ਅਤੇ ਜਿਹੜਾ ਵਾਈਲਡ ਲਾਈਫ ਸੈਂਚੁਰੀ ਹੈ ਉਹਦੇ ਵਿੱਚ ਕੋਈ ਪਰਟੀਕੂਲਰ ਜਿਹੜੀ ਹੈ ਹਿਊਮਨ ਇੰਟਰਫੇਰੈਂਸ ਜਿਹੜਾ ਪਰਮਿਟ ਕੀਤਾ ਜਾਂਦਾ ਹੈਗਾ। ਯਾਨੀ ਕਿ ਕੁਛ ਕੁ ਚੀਜ਼ਾਂ ਨੇ ਜਿਹੜੀ ਕੀਤੀ ਜਾ ਸਕਦੀਆਂ ਨੇ, ਲੇਕਿਨ ਨੈਸ਼ਨਲ ਪਾਰਕ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਹਿਊਮਨ ਦੁਆਰਾ ਨਹੀਂ ਕੀਤੀ ਜਾ ਸਕਦੀ। ਤਾਂ ਜੇਕਰ ਇੱਥੇ ਮੈਂ ਵਾਈਲਡ ਲਾਈਫ ਦੀ ਤੁਹਾਨੂੰ ਨੈਸ਼ਨਲ ਪਾਰਕ ਲਾ ਦਿੰਦਾ ਤਾਂ ਕੀ ਹੁੰਦਾ ਜੀ, ਉਸ ਟਾਈਮ 'ਤੇ ਇਹਦਾ ਆਨਸਰ ਕੁਛ ਹੋਰ ਹੋ ਜਾਣਾ ਸੀਗਾ, ਕਿਉਂਕਿ ਇੱਥੇ ਵਰਡ ਤੁਸੀਂ ਦੇਖ ਰਹੇ ਹੋ ਲਿਮਿਟਡ ਵਰਡ ਯੂਜ਼ ਕੀਤਾ ਹੋਇਆ ਹੈਗਾ। ਆਹ ਦੇਖੋ, ਲਿਮਿਟਡ, ਆਲ ਨਹੀਂ ਲਿਖਿਆ ਹੋਇਆ, ਲਿਮਿਟਡ ਲਿਖਿਆ ਹੋਇਆ। ਦੈਟ ਮੀਨਸ ਆਪਣਾ ਫਸਟ ਅਤੇ ਥਰਡ ਸਟੇਟਮੈਂਟ ਸਹੀ ਹੈ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਨੈਕਸਟ ਹੈ ਜੀ, ਦ ਕੰਸੈਪਟ ਆਫ ਜੁਡੀਸ਼ੀਅਲ ਰਿਵਿਊ ਇਨ ਇੰਡੀਆ ਹੈਜ਼ ਬੀਨ ਅਡੋਪਟਡ ਫਰੋਮ ਦ ਕੌਨਸਟੀਟਿਊਸ਼ਨ ਆਫ। ਆਪਾਂ ਨੂੰ ਆਹ ਸਭ ਚੀਜ਼ਾਂ ਦਾ ਪਤਾ ਹੀ ਹੈ ਕਿ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਕਿਸੇ ਹੋਰ ਦੇਸ਼ ਦੇ ਕੌਨਸਟੀਟਿਊਸ਼ਨ ਦੇ ਵਿੱਚੋਂ ਕੁਛ ਨਾ ਕੁਛ ਤਾਂ ਬੋਰੋ ਕੀਤਾ ਹੀ ਗਿਆ। ਤਾਂ ਹੁਣ ਗੱਲ ਕਰ ਰਹੇ ਜੁਡੀਸ਼ੀਅਲ ਰਿਵਿਊ ਦੀ। ਇਹ ਆਪਾਂ ਅਡੈਪਟ ਕੀਤਾ ਹੈ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਕੌਨਸਟੀਟਿਊਸ਼ਨ ਤੋਂ। ਤਾਂ ਆਨਸਰ ਤਾਂ ਹੋ ਜਾਊਗਾ ਆਪਣਾ ਆਪਸ਼ਨ ਨੰਬਰ ਬੀ, USA, ਯੂਨਾਈਟਿਡ ਸਟੇਟਸ ਆਫ ਅਮਰੀਕਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬੇਸਿਕਲੀ ਇਹ ਹੁੰਦਾ ਕੀ ਹੈ। ਜੁਡੀਸ਼ੀਅਲ ਰਿਵਿਊ ਕੀ ਹੈ? ਇੱਕ ਪਾਵਰ ਹੈਗੀ ਹੈ ਕੋਰਟ ਦੀ, ਉਹ ਐਗਜ਼ਾਮਿਨ ਕਰਦਾ ਹੈਗਾ ਐਕਸ਼ਨ ਆਫ ਲੈਜਿਸਲੇਟਿਵ, ਐਗਜ਼ੀਕਿਊਟਿਵ ਐਂਡ ਐਡਮਿਨਿਸਟ੍ਰੇਟਿਵ ਆਰਮਸ ਆਫ ਗਵਰਨਮੈਂਟ। ਜਿਵੇਂ ਕੋਈ ਗਵਰਨਮੈਂਟ ਨਵਾਂ ਲਾਅ ਬਣਾਉਂਦੀ ਹੈਗੀ ਹੈ, ਤਾਂ ਜੁਡੀਸ਼ੀਅਲ ਰਿਵਿਊ ਇੱਕ ਕੋਰਟ ਕੋਲ ਪਾਵਰ ਹੁੰਦੀ ਹੈ ਕਿ ਉਹ ਜਿਹੜਾ ਨਵਾਂ ਕਾਨੂੰਨ ਬਣਾਇਆ ਗਿਆ ਉਹਦੇ ਵਿੱਚ ਉਹ ਦੇਖ ਸਕਦਾ ਹੈਗਾ ਕਿ ਕਿਸੇ ਤਰ੍ਹਾਂ ਤੋਂ ਕਿਸੇ ਫੰਡਾਮੈਂਟਲ ਰਾਈਟ ਦੀ ਵੋਲੇਸ਼ਨ ਤਾਂ ਨਹੀਂ ਹੋਈ, ਕਿ ਉਹ DPSP ਦੇ ਅਰਾਊਂਡ ਹੀ ਬਣੇ ਨੇ। ਤਾਂ ਇਸ ਤਰ੍ਹਾਂ ਚੀਜ਼ਾਂ ਜਿਹੜੀ ਹੈ ਜੁਡੀਸ਼ੀਅਲ ਰਿਵਿਊ ਕੋਰਟ ਦੀ ਇੱਕ ਪਾਵਰ ਹੁੰਦੀ ਹੈ। ਹੁਣ ਇੱਕ ਛੋਟੀ ਜਿਹੀ ਆਪਾਂ ਲਿਸਟ ਹੋਰ ਦੇਖ ਲੈਂਦੇ ਹਾਂ ਕਿ ਆਪਾਂ USA ਤੋਂ ਕੀ ਕੀ ਬੋਰੋ ਕੀਤਾ। ਪਹਿਲੀ ਗੱਲ ਹੈ ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ, ਯਾਨੀ ਕਿ ਪ੍ਰੈਜ਼ੀਡੈਂਟ ਨੂੰ ਹਟਾਉਣ ਲਈ ਜਿਹੜੀ ਇੰਪੀਚਮੈਂਟ ਹੈ ਉਹ ਆਪਾਂ USA ਤੋਂ ਬੋਰੋ ਕੀਤੀ ਹੈ। ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਫੰਕਸ਼ਨ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣਾ, ਫੰਡਾਮੈਂਟਲ ਰਾਈਟਸ, ਜੁਡੀਸ਼ੀਅਲ ਰਿਵਿਊ ਜਿਹੜਾ ਆਪਣੇ ਇਸ ਕੁਐਸਚਨ ਦੇ ਵਿੱਚ ਹੀ ਪੁੱਛਿਆ ਗਿਆ। 6ਵਾਂ ਹੈਗਾ ਜੀ ਇੰਡੀਪੈਂਡੈਂਸ ਆਫ ਜੁਡੀਸ਼ਰੀ, ਕਿਉਂ ਜੁਡੀਸ਼ਰੀ ਜਿਹੜੀ ਹੈ ਸੁਤੰਤਰ ਹੈ। 7ਵਾਂ ਹੈਗਾ ਜੀ ਦਾ ਪ੍ਰੈਂਬਲ ਆਫ ਦਾ ਕੌਨਸਟੀਟਿਊਸ਼ਨ। ਹੁਣ ਥੋੜ੍ਹੇ ਜਿਹੇ ਇੱਕ ਆਪਾਂ ਬ੍ਰਿਟੇਨ ਦੇ ਵੀ ਦੇਖ ਲੈਂਦੇ ਹਾਂ। ਬ੍ਰਿਟੇਨ ਦੇ ਜਿਹੜੇ ਨੇ ਆ ਤੁਸੀਂ ਦੇਖ ਪਾ ਰਹੇ ਹੋ, ਜਿਹੜੇ ਤੁਹਾਡੇ ਸਕਰੀਨ ਦੇ ਉੱਪਰ ਲਿਖੇ ਹੋਏ ਨੇ। ਨੈਕਸਟ ਇੱਕ ਅਵਾਰਡ ਹੈ ਜਿਹਦਾ ਨਾਮ ਹੈਗਾ ਅੰਮ੍ਰਿਤਾ ਦੇਵੀ ਸਮ੍ਰਿਤੀ ਅਵਾਰਡ। ਇਹ ਅਵਾਰਡ ਕਿਹੜੇ ਫੀਲਡ ਵਿੱਚ ਦਿੱਤੇ ਜਾਂਦੇ ਨੇ? ਪਹਿਲਾ ਆਪਸ਼ਨ ਦਿੱਤਾ ਹੋਇਆ ਕਿ ਬੈਸਟ ਅਫੋਰੈਸਟੇਸ਼ਨ ਐਫਰਟ। ਐਫੋਰੈਸਟੇਸ਼ਨ ਦਾ ਮਤਲਬ ਹੈ ਕਿ ਟਰੀਜ਼ ਦਾ ਪਲਾਂਟੇਸ਼ਨ ਕਰਨਾ, ਅਤੇ ਜੇਕਰ ਇੱਥੇ ਵਰਡ ਡੀ ਲਿਖਿਆ ਜਾਂਦਾ ਯਾਨੀ ਕਿ ਡੀਫੋਰੈਸਟੇਸ਼ਨ, ਤਾਂ ਹੋ ਜਾਂਦਾ ਕਟਿੰਗ ਆਫ ਟਰੀ। ਤਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ। ਦੂਜਾ ਆਪਸ਼ਨ ਕਹਿੰਦਾ ਹੈ ਕਿ ਜੀ ਪ੍ਰੋਟੈਕਸ਼ਨ ਆਫ ਫੋਰੈਸਟ ਐਂਡ ਵਾਈਲਡ ਲਾਈਫ। ਥਰਡ ਆਪਸ਼ਨ ਕਹਿ ਰਿਹਾ ਹੈ ਕਿ ਫੋਰੈਸਟ ਪ੍ਰੋਟੈਕਸ਼ਨ ਦੇ ਉੱਪਰ ਲਿਟਰੇਚਰ ਲਈ ਦਿੱਤਾ ਜਾਂਦਾ ਹੈਗਾ। ਚੌਥਾ ਆਪਸ਼ਨ ਕਹਿ ਰਿਹਾ ਕਿ ਬਿਊਟੀਫਿਕੇਸ਼ਨ ਆਫ ਪਾਰਕ, ਯਾਨੀ ਕਿ ਜਿਹੜੇ ਪਾਰਕ ਨੇ ਉਹਦੀ ਬਿਊਟੀਫਿਕੇਸ਼ਨ ਕਰਨ ਦੇ ਵਾਸਤੇ। ਬੇਸਿਕਲੀ ਆਹ ਅਵਾਰਡ ਦਿੱਤਾ ਜਾਂਦਾ ਹੈਗਾ ਜੀ ਪ੍ਰੋਟੈਕਸ਼ਨ ਆਫ ਫੋਰੈਸਟ ਐਂਡ ਵਾਈਲਡ ਲਾਈਫ ਦੇ ਵਿੱਚ, ਆਪਸ਼ਨ ਨੰਬਰ ਬੀ ਦੇ ਲਈ। ਅਤੇ ਆਹ ਅਵਾਰਡ ਦਿੱਤਾ ਜਾਂਦਾ ਹੈਗਾ ਜੀ ਅੰਮ੍ਰਿਤਾ ਦੇਵੀ ਬਿਸ਼ਨੋਈ ਦੀ ਯਾਦ ਦੇ ਵਿੱਚ, ਕਿਉਂਕਿ ਇਹਨਾਂ ਨੇ ਕੀ ਕੀਤਾ ਸੀ ਜੀ, ਜਿਹੜਾ ਰਾਜਸਥਾਨ ਦਾ ਇੱਕ ਏਰੀਆ ਸੀਗਾ ਉੱਥੇ ਜਿਹੜਾ ਖੇਜਰੀ ਟਰੀ ਹੈ ਨਾ ਉਹਨਾਂ ਨੂੰ ਕੱਟਿਆ ਜਾ ਰਿਹਾ ਸੀਗਾ ਉਸ ਟਾਈਮ ਦੇ ਰਾਜਾ ਦੇ ਦੌਰਾਨ। ਯਾਨੀ ਕਿ ਜਿਹੜਾ ਉਸ ਟਾਈਮ 'ਤੇ ਰਾਜਾ ਸ਼ਾਸਨ ਕਰ ਰਿਹਾ ਸੀ ਉਹਨਾਂ ਦੁਆਰਾ ਕੱਟਿਆ ਜਾ ਰਿਹਾ ਸੀਗਾ, ਕਿਉਂਕਿ ਲੱਕੜੀ ਦੀ ਉਹਨਾਂ ਨੂੰ ਜ਼ਰੂਰਤ ਸੀਗੀ। ਲੇਕਿਨ ਉਸ ਸਮੇਂ 'ਤੇ ਅੰਮ੍ਰਿਤਾ ਦੇਵੀ ਬਿਸ਼ਨੋਈ ਨੇ ਅਤੇ ਉਹਨਾਂ ਦੇ ਜਿਹੜਾ ਇੱਕ ਗਰੁੱਪ ਸੀਗਾ ਖੇਜਰੀ ਟਰੀਜ਼ ਨੂੰ ਉੱਥੇ ਬਚਾਇਆ ਸੀਗਾ। ਤਾਂ ਉਸੇ ਦੇ ਨਾਮ ਤੋਂ ਇੰਸਪਾਇਰ ਹੋ ਕੇ ਆਹ ਅਵਾਰਡ ਦੇਖਿਆ ਗਿਆ ਹੈਗਾ ਕਿ ਪ੍ਰੋਟੈਕਸ਼ਨ ਆਫ ਫੋਰੈਸਟ ਐਂਡ ਵਾਈਲਡ ਲਾਈਫ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਬੀ। ਨੈਕਸਟ ਆਪਾਂ ਗੱਲ ਕਰਦੇ ਹਾਂ ਸੀ ਵਾਟਰ ਇਜ਼ ਸਾਲਟੀਅਰ ਦੈਨ ਰੇਨ ਵਾਟਰ ਬਿਕੋਜ਼, ਯਾਨੀ ਕਿ ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਹੈ ਉਹ ਬਾਰਿਸ਼ ਦੇ ਪਾਣੀ ਨਾਲੋਂ ਜ਼ਿਆਦਾ ਨਮਕੀਨ ਹੁੰਦਾ ਹੈਗਾ। ਯਾਨੀ ਕਿ ਬਾਰਿਸ਼ ਦਾ ਪਾਣੀ ਘੱਟ ਨਮਕੀਨ ਅਤੇ ਸਮੁੰਦਰ ਦਾ ਪਾਣੀ ਜਿਹੜਾ ਹੈ ਉਹ ਜ਼ਿਆਦਾ ਨਮਕੀਨ ਹੁੰਦਾ ਹੈਗਾ। ਇਹਦਾ ਕਾਰਨ ਕੀ ਹੈ? ਤਾਂ ਵੀ ਜੇ ਮੈਂ ਗੱਲ ਕਰਾਂ ਇਹਦਾ ਕਾਰਨ, ਉਹ ਹੈਗਾ ਜੀ ਆਹ ਆਪਸ਼ਨ ਨੰਬਰ ਸੀ। ਕਿਵੇਂ ਕਰੂਗਾ ਉਹ ਵੀ ਡਿਸਕਸ ਕਰ ਲੈਂਦੇ ਆਪਾਂ। ਹੁਣ ਹੁੰਦਾ ਕੀ ਹੈ, ਜਦੋਂ ਵੀ ਰੇਨ ਵਾਟਰ ਆਉਂਦਾ ਹੈਗਾ ਜੀ, ਯਾਨੀ ਕਿ ਬਾਰਿਸ਼ ਜਦੋਂ ਵੀ ਹੁੰਦੀ ਹੈਗੀ ਹੈ ਤਾਂ ਸਿੱਧੀ ਉਹ ਮਿੱਟੀ 'ਤੇ ਪੈਂਦੀ ਹੈ। ਅਫਕੋਰਸ ਕੀ ਉਹ ਸਾਗਰ ਦੇ ਵਿੱਚ ਵੀ ਪਾਣੀ ਜਾਂਦਾ, ਲੇਕਿਨ ਉਹ ਜ਼ਮੀਨ 'ਤੇ ਵੀ ਜਿਹੜਾ ਬਾਰਿਸ਼ ਜਿਹੜੀ ਆਪਣੀ ਆਉਂਦੀ ਹੈ। ਅਤੇ ਆਪਣੀ ਜ਼ਮੀਨ 'ਤੇ ਜਿਹੜਾ ਸੋਇਲ ਹੈ ਅਤੇ ਰੋਕਸ ਹੈ ਜਿਹੜੀ ਚੱਟਾਨਾਂ ਨੇ, ਜਿਹੜੇ ਵੀ ਉਹਨਾਂ ਵਿੱਚੋਂ ਸਾਲਟ ਮਿਨਰਲਸ ਨੇ ਜਿਹੜੀ ਜ਼ਮੀਨ 'ਤੇ ਚੱਟਾਨਾਂ ਦੇ ਵਿੱਚ ਪਾਇਆ ਜਾਂਦਾ ਹੈਗਾ। ਹੁਣ ਕੀ ਹੈ ਉੱਥੇ ਬਾਰਿਸ਼ ਹੋਈ ਹੈ, ਓਬਵੀਅਸ ਜੀ ਗੱਲ ਹੈ ਬਾਰਿਸ਼ ਨਾਲ
ਮੈਂ ਤਾਂ ਨਹੀਂ ਕਹਾਂਗਾ ਕਿ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਉਹ ਕੀ ਕਰਨਗੇ, ਖੁਰਨਗੇ, ਲੇਕਿਨ ਲਿਮਿਟਿਡ ਕੁਆਂਟੀਟੀ ਦੇ ਵਿੱਚ ਤਾਂ ਖੁਰਨਗੇ ਹੀ ਉਹ। ਹੁਣ ਹੋਊਗਾ ਕੀ, ਉਹ ਖੁਰ ਕੇ ਕੀ ਹੈ, ਰੀਵਰ ਦੇ ਵਿੱਚ ਜਾਣਗੇ, ਅਤੇ ਰੀਵਰ ਦੇ ਰਾਹੀਂ ਹੁੰਦੇ ਹੁੰਦੇ ਕੀ ਕਰੂਗਾ ਜੀ, ਉਹ ਸਮੁੰਦਰ ਤੱਕ ਪਹੁੰਚ ਜਾਣਗੇ। ਇਹਦਾ ਮਤਲਬ ਆ ਹੋਇਆ ਕਿ ਜਿੰਨੇ ਵੀ ਮਿਨਰਲਸ ਨੇ ਉਹ ਹੌਲੀ ਹੌਲੀ ਘੁੰਮ ਫਿਰ ਕੇ ਨਦੀਆਂ ਦੇ ਰਾਹੀਂ ਜਾਂ ਨਾਲਿਆਂ ਦੇ ਰਾਹੀਂ ਸਮੁੰਦਰ ਦੇ ਵਿੱਚ ਮਿਲ ਜਾਂਦੇ ਨੇ, ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਸਮੁੰਦਰ ਦਾ ਪਾਣੀ ਜਿਹੜਾ ਜ਼ਿਆਦਾ ਖਾਰਾ ਹੁੰਦਾ ਹੈ ਕਿਸੇ ਹੋਰ ਦੂਜੇ ਵਾਟਰ ਨਾਲ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਕਿ ਵਿਚ ਆਰਟੀਕਲ ਇਜ਼ ਰਿਲੇਟਡ ਵਿਦ ਦਾ ਐਬੋਲੀਸ਼ਨ ਆਫ ਅਨਟਚੇਬਿਲਿਟੀ। ਮਤਲਬ ਕਿ ਜਿਹੜੀ ਛੂਆਛੂਤ ਹੈ ਉਹਦੇ ਖਾਤਮੇ ਲਈ ਕਿਹੜਾ ਆਰਟੀਕਲ ਆਪਣੇ ਕੌਨਸਟੀਟਿਊਸ਼ਨ ਆਫ ਇੰਡੀਆ ਵਿੱਚ ਲਿਖਿਆ ਗਿਆ ਹੈਗਾ, ਕਿਉਂਕਿ ਇਹ ਨਾ ਆਪਣੇ ਐਬੋਲੀਸ਼ਨ ਅਨਟਚੇਬਿਲਿਟੀ ਜਿਹੜਾ ਆਪਣਾ ਫੰਡਾਮੈਂਟਲ ਰਾਈਟਸ ਦੇ ਅੰਦਰ ਆਉਂਦਾ ਜਾਏਗਾ, ਜਿਹੜਾ ਕਿ ਆਪਣੇ ਕੌਨਸਟੀਟਿਊਸ਼ਨ ਦੇ ਪਾਰਟ 3 ਅਤੇ ਆਰਟੀਕਲ 12 ਤੋਂ 35 ਦੇ ਵਿੱਚ ਆਉਂਦਾ ਹੈਗਾ। ਹੁਣ ਗੱਲ ਕਰਦੇ ਹਾਂ ਆਪਾਂ ਇਹਦੇ ਐਗਜ਼ੈਕਟ ਆਨਸਰ ਦੀ। ਇਹ ਕੁਐਸਚਨ ਦਾ ਆਨਸਰ ਨਾ ਦੱਸਣ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਐਕਚੁਅਲੀ ਮੈਂ ਜਾਣਨਾ ਚਾਹੁੰਦਾ ਕਿ ਜਿਹੜੇ ਬੱਚੇ ਆਪਣੀ ਵੀਡੀਓਜ਼ ਦੇਖ ਰਹੇ ਨੇ, ਕਿ ਉਹ ਮੇਰੀ ਵੀਡੀਓਜ਼ ਦੇ ਨਾਲ ਨਾਲ ਕੋਈ ਕੋਚਿੰਗ ਇੰਸਟੀਟਿਊਟ ਦੇ ਵਿੱਚ ਵੀ ਲੱਗੇ ਹੋਏ ਨੇ ਜਾਂ ਸਿਰਫ ਵੀਡੀਓਜ਼ ਹੀ ਦੇਖ ਕੇ ਆਪਣਾ YouTube ਤੋਂ ਹੀ ਪੜ੍ਹ ਰਹੇ ਨੇ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਸੀਂ ਇਹਦੇ ਨਾਲ ਨਾਲ ਕੋਈ ਕੋਚਿੰਗ ਇੰਸਟੀਟਿਊਟ ਵਿੱਚ ਐਡਮਿਸ਼ਨ ਵੀ ਲਿੱਤਾ ਹੋਇਆ ਜਾਂ ਸਿਰਫ ਮੇਰੀ ਵੀਡੀਓ 'ਤੇ ਸਟਿਕ ਹੋ, ਜਾਂ ਫਿਰ ਹੋਰ ਕਿੱਦਾਂ ਆਪਣੀ ਤਿਆਰੀ ਕਰ ਰਹੇ ਹੋ। ਇਸ ਕੁਐਸਚਨ ਦੀ ਗੱਲ ਕਰਾਂ ਤਾਂ ਆਨਸਰ ਤਾਂ ਹੋ ਜਾਊਗਾ ਜੀ ਆਰਟੀਕਲ ਨੰਬਰ 17। ਆਹ ਗੱਲ ਕਰਦਾ ਹੈਗਾ ਕਿ ਅਨਟਚੇਬਿਲਿਟੀ ਨੂੰ ਐਬੋਲਿਸ਼ ਕਰਨਾ ਹੈ। ਡਿਸਕਸ ਕਰਦੇ ਹਾਂ ਆਰਟੀਕਲ 18 12। 18 ਕੀ ਕਹਿੰਦਾ ਹੈ ਜੀ, ਜਿਹੜੇ ਟਾਈਟਲ ਹੈ ਉਹ ਨਹੀਂ ਦਿੱਤੇ ਜਾਣਗੇ, ਯਾਨੀ ਕਿ ਕਿਸੇ ਨਾਮ ਨੂੰ, ਕਿਸੇ ਪਰਟੀਕੂਲਰ ਵਿਸ਼ੇਸ਼ ਵਿਅਕਤੀ ਨੂੰ ਕੋਈ ਟਾਈਟਲ ਨਹੀਂ ਦਿੱਤਾ ਜਾਊਗਾ ਗੌਰਮੈਂਟ ਆਫ ਇੰਡੀਆ ਦੇ ਦੁਆਰਾ, ਯਾਨੀ ਕਿ ਐਬੋਲੀਸ਼ਨ ਆਫ ਟਾਈਟਲ ਦੀ ਗੱਲ ਕਰਦਾ ਹੈਗਾ। ਆਰਟੀਕਲ ਨੰਬਰ 32 ਨੂੰ ਤਾਂ ਜੀ ਹਾਰਟ ਐਂਡ ਸੋਲ ਵੀ ਕਿਹਾ ਗਿਆ ਹੈ BR ਅੰਬੇਦਕਰ ਦੁਆਰਾ ਕੌਨਸਟੀਟਿਊਸ਼ਨ ਦਾ, ਕਿਉਂਕਿ ਇਹ ਆਪਾਂ ਨੂੰ ਕੀ ਕਰਦਾ ਹੈਗਾ, ਇੰਪਾਵਰ ਕਰਦਾ ਹੈਗਾ ਕਿ ਜਦੋਂ ਵੀ ਆਪਣੇ ਕੌਨਸਟੀਟਿਊਸ਼ਨ ਜਿਹੜੇ ਰਾਈਟਸ ਨੇ, ਫੰਡਾਮੈਂਟਲ ਰਾਈਟਸ, ਉਹ ਵਾਇਲੇਟ ਹੋਣ ਤਾਂ ਆਪਾਂ ਜਿਹੜਾ ਹੈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਅੰਡਰ ਆਰਟੀਕਲ 32 ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ, ਅਤੇ ਅੰਡਰ ਆਰਟੀਕਲ 226 ਆਪਾਂ ਹਾਈ ਕੋਰਟ ਜਾ ਸਕਦੇ ਹਾਂ। ਅਤੇ ਆਪਾਂ ਨੂੰ ਇਸ ਤਰ੍ਹਾਂ ਦੋਨੋਂ ਹੀ ਜੋ ਹੈ 5 ਰਿਟਸ ਜਿਹੜੀ ਹੈ ਉਹ ਗ੍ਰਾਂਟ ਕਰਦੀ ਨੇ, ਜਿਹੜੀ ਵੀ ਆਪਣੇ ਲਈ ਯੂਜ਼ਫੁਲ ਹੈ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਬੇਸਿਕਲੀ ਟਰਾਈ ਕੀਤਾ ਜਾਵੇ ਕਿ ਹਾਈ ਕੋਰਟ ਹੀ ਜਾਈਏ ਪਹਿਲਾਂ, ਆਪਾਂ ਸੁਪਰੀਮ ਕੋਰਟ ਨਾ ਜਾਈਏ, ਕਿਉਂਕਿ ਜੇਕਰ ਸੁਪਰੀਮ ਕੋਰਟ ਜਾਂਦੇ ਹਾਂ ਤਾਂ ਪਹਿਲਾਂ ਆਪਾਂ ਨੂੰ ਵੈਲਿਡ ਰੀਜ਼ਨ ਦੇਣਾ ਪੈਂਦਾ ਹੈ ਕਿ ਆਪਾਂ ਇਸ ਰਿਟ ਦੇ ਲਈ ਪਹਿਲਾਂ ਹਾਈ ਕੋਰਟ ਕਿਉਂ ਨਹੀਂ ਗਏ। ਹੁਣ ਗੱਲ ਪਤਾ ਕੀ ਹੈ ਜੀ, 226 ਅਤੇ 32 ਯਾਦ ਰੱਖਣਾ ਆਪਾਂ ਜੀ, ਕਿ 26 ਜਿਹੜਾ ਉਹ ਹਾਈ ਕੋਰਟ ਲਈ ਹੈ ਅਤੇ 32 ਜਿਹੜਾ ਸੁਪਰੀਮ ਕੋਰਟ ਦੇ ਲਈ ਹੈ। ਕਈ ਵਾਰ ਐਗਜ਼ਾਮ ਦੇ ਵਿੱਚ ਨਾ ਕਨਫਿਊਜ਼ ਕਰ ਦਿੰਦੇ ਨੇ, ਉਸ ਚੀਜ਼ ਦਾ ਧਿਆਨ ਰੱਖਣਾ। ਨੈਕਸਟ ਹੈ ਜੀ, ਫॉर द फर्स्ट टाइम ਅੰਡਰ ਇੰਡੀਅਨ ਐਕਟ ਵਿਚ ਐਕਟ ਇੰਡੀਅਨ ਲੈਜਿਸਲੇਚਰ ਵਾਜ਼ ਮੇਡ ਬਾਈ ਕੈਮਰਲ, ਯਾਨੀ ਕਿ ਪਹਿਲੀ ਵਾਰ ਕਦੋਂ ਜਿਹੜਾ ਆਪਣਾ ਕਾਨੂੰਨ ਆਇਆ ਸੀਗਾ, ਵਿਧਾਨ ਸਭਾ ਜਿਹੜੀ ਆਪਣੀ ਹੈ ਇੰਡੀਆ ਦੀ, ਉਹਨੂੰ ਬਾਈ ਕੈਮਰਲ ਬਣਾਇਆ ਗਿਆ। ਬਾਈ ਕੈਮਰਲ ਦਾ ਮਤਲਬ ਕੀ ਹੈ ਜੀ, ਪਹਿਲਾਂ ਸਿਰਫ ਇੱਕੋ ਲੈਜਿਸਲੇਚਰ ਸੀਗਾ, ਹੁਣ ਉਹਨੂੰ ਬਦਲ ਕੇ 2 ਕਰ ਦਿੱਤਾ ਗਿਆ। ਦੈਟ ਮੀਨਸ ਅੱਜ ਦੀ ਜੇਕਰ ਮੈਂ ਗੱਲ ਕਰਾਂ ਜਿਵੇਂ ਲੋਕ ਸਭਾ ਅਤੇ ਰਾਜ ਸਭਾ। ਆਹ ਐਕਟ ਸੀਗਾ ਜੀ ਗੌਰਮੈਂਟ ਆਫ ਇੰਡੀਆ ਐਕਟ 1919। ਹੁਣ ਹੋਇਆ ਕੀ ਸੀਗਾ ਜੀ, ਕਿਉਂਕਿ ਤੁਸੀਂ 1919 ਵਾਲੇ ਐਕਟ ਨੂੰ ਕੀ ਕਰਦੇ ਹੋ ਜੀ, ਮੋਂਟੇਗੋ ਕੈਮਸਫੋਰਡ ਐਕਟ ਦੇ ਨਾਂ 'ਤੇ ਵੀ ਜਾਣਦੇ ਹੋ, ਕਿਉਂਕਿ ਜਿਹੜਾ ਸੈਕਰਟਰੀ ਆਫ ਸਟੇਟ ਫੋਰ ਇੰਡੀਆ ਸੀਗਾ ਉਸ ਟਾਈਮ 'ਤੇ ਉਹ ਸੀਗਾ ਐਡਵਿਨ ਮੈਂਟੇਗੋ, ਅਤੇ ਆਪਣਾ ਵਾਇਸਰਾਏ ਕੌਣ ਸੀ ਬਈ, ਆਹ ਸੀਗੇ ਲਾਰਡ ਚੈਮਸਫੋਰਡ। ਯਾਨੀ ਕਿ ਇਹਨੂੰ ਵਾਇਸਰਾਏ ਜਿਹੜਾ ਇਹਨੂੰ ਆਪਣੀ ਰਿਪੋਰਟ ਦੇਗਾ, ਇਹ ਜਿਹੜਾ ਹੈਗੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਆਪਣੀ ਗੱਲ ਰੱਖੂਗਾ। ਹੁਣ ਕੀ ਹੈ ਜੀ, ਇਸ ਦੀ ਅਵਧੀ ਕੀ ਸੀ, ਜਿਹੜਾ ਐਕਟ ਹੈ ਉਹ ਸੀਗੀ 1929, 10 ਸਾਲਾਂ ਦੀ ਪੂਰੀ ਇਹਦੀ ਅਵਧੀ ਸੀਗੀ। ਹੁਣ ਆਪਾਂ ਗੱਲ ਕਰਦੇ ਹਾਂ ਹੋਇਆ ਕੀ ਸੀਗਾ। ਇਹਦੇ ਵਿੱਚ ਕੀ ਕਰਤਾ ਸੀ, 2 ਜਿਹੜੇ ਸੀ ਹਾਊਸ ਬਣਾ ਦਿੱਤੇ ਸੀਗੇ, ਲੋਅਰ ਹਾਊਸ, ਜਿਹਨੂੰ ਅੱਜ ਆਪਾਂ ਕੀ ਕਹਿੰਦੇ ਲੋਕ ਸਭਾ ਕਹਿੰਦੇ ਹਾਂ। ਉਸ ਸਮੇਂ ਵਿੱਚ ਲੋਅਰ ਹਾਊਸ ਕੀ ਸੀਗਾ ਜੀ, ਲੈਜਿਸਲੇਟਿਵ ਅਸੈਂਬਲੀ ਸੀ। ਉਹਦੇ ਵਿੱਚ 145 ਮੈਂਬਰ ਸੀਗੇ, ਜਿਨ੍ਹਾਂ ਦੀ ਟਰਮ ਜਿਹੜੀ ਸੀਗੀ 3 ਸਾਲਾਂ ਦੀ ਸੀਗੀ, ਜਿਵੇਂ ਅੱਜ ਕੱਲ੍ਹ ਆਪਣਾ ਲੋਕ ਸਭਾ ਹੈ। ਬੇਸਿਕਲੀ ਅੱਜ ਕੱਲ੍ਹ ਲੋਕ ਸਭਾ ਦੀ 5, ਵੈਸੇ ਆਪਾਂ ਕਹਿ ਸਕਦੇ ਨਾ ਲੋਕ ਸਭਾ ਦੀ ਨਾ ਕੋਈ ਟੈਨਿਓਰ ਹੁੰਦਾ ਨਹੀਂ ਬੇਸਿਕਲੀ। ਨੋਰਮਲੀ ਜੇਕਰ ਕੰਪਲੀਟ ਕਰਦਾ ਤਾਂ 5 ਸਾਲ ਹੁੰਦਾ ਹੈਗਾ। ਕਈ ਵਾਰ ਕੀ ਹੁੰਦਾ ਕਿ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਵੀ ਹੋਇਆ ਹੈ ਕਿ ਜੇਕਰ ਸਰਕਾਰ ਆਪਣੀ ਮੈਜੋਰਟੀ ਖੋ ਦਿੰਦੀ ਹੈ ਤਾਂ ਉਹ ਰਾਜ ਨਹੀਂ ਕਰੇਗੀ, ਤਾਂ ਇੱਕ ਤਰ੍ਹਾਂ ਤੋਂ ਕਹਿਣਾ ਥੋੜ੍ਹਾ ਜਿਹਾ ਗਲਤ ਹੋਊਗਾ ਕਿ 5 ਸਾਲ ਹੁੰਦੀ ਹੈ ਲੋਕ ਸਭਾ ਦੀ ਟਰਮ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੱਪਰ ਹਾਊਸ ਦੀ। ਅੱਪਰ ਹਾਊਸ ਨੂੰ ਕਹਿੰਦੇ ਨੇ ਜੀ ਕਾਊਂਸਿਲ ਆਫ ਸਟੇਟ, ਜਿਹੜੇ ਨੂੰ ਕਿ ਆਪਾਂ ਰਾਜ ਸਭਾ ਕਹਿੰਦੇ ਹਾਂ। ਇਹਦੇ ਵਿੱਚ ਉਸ ਸਮੇਂ 'ਤੇ 60 ਮੈਂਬਰ ਸੀਗੇ, ਜਿਨ੍ਹਾਂ ਦੀ ਸਰਵਿੰਗ ਸੀਗੀ 5 ਈਅਰ ਟਰਮ ਸੀਗੀ, ਜਿਹਨੂੰ ਕਿ ਆਪਾਂ ਰਾਜ ਸਭਾ ਕਹਿੰਦੇ ਹਾਂ। ਤਾਂ ਇਸ ਪੂਰੀ ਡਿਟੇਲ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਗੌਰਮੈਂਟ ਆਫ ਇੰਡੀਆ ਐਕਟ 1990 ਦੇ ਦੌਰਾਨ ਜਿਹੜਾ ਹੈ ਇੰਡੀਅਨ ਲੈਜਿਸਲੇਟਰ ਜਿਹੜਾ ਸੀ ਬਾਈ ਕੈਮਰਲ ਬਣ ਗਿਆ ਸੀਗਾ। ਦੈਟ ਮੀਨਸ ਲੋਅਰ ਹਾਊਸ ਵੀ ਸੀਗਾ ਅਤੇ ਅੱਪਰ ਹਾਊਸ ਵੀ ਸੀਗਾ। ਅਤੇ ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਉਹਦਾ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ YouTube ਚੈਨਲ ਨੂੰ, ਬਿਕੋਜ਼ ਲੋਕ ਦੇਖ ਤਾਂ ਬਹੁਤ ਅੱਛੀ ਤਾਦਾਦ ਦੇ ਵਿੱਚ ਰਹੇ ਨੇ ਬਟ ਸਬਸਕ੍ਰਾਈਬ ਨਹੀਂ ਕਰ ਪਾਉਂਦੇ ਹੈਗੇ, ਡੋਂਟ ਨੋ ਦਾ ਰੀਜ਼ਨ। ਅਤੇ ਤੁਹਾਨੂੰ ਜਿਹੜੀ ਦੀ PDF ਹੈ ਉਹ ਟੈਲੀਗ੍ਰਾਮ 'ਤੇ ਮਿਲੇਗੀ। ਅਤੇ ਕੋਈ ਕੁਐਸਚਨ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ
ਇੰਸਟਾਗ੍ਰਾਮ ਤੇ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ। ਤਿੰਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਐਡਵਾਂਟੇਜ ਆਫ ਡਿਟਰਜੈਂਟ ਓਵਰ ਸੋਪ ਇਜ਼, ਯਾਨੀ ਕਿ ਜਿਹੜਾ ਆਪਾਂ ਡਿਟਰਜੈਂਟ ਪਾਊਡਰ ਯੂਜ਼ ਕਰਦੇ ਹਾਂ ਉਹਦਾ ਸਾਬੁਣ ਦੇ ਮੁਕਾਬਲੇ ਕੀ ਆਪਾਂ ਨੂੰ ਐਡਵਾਂਟੇਜ ਰਹਿੰਦਾ ਹੈ। ਪਹਿਲੀ ਗੱਲ ਕਹਿ ਰਿਹਾ ਡਿਟਰਜੈਂਟ ਆਰ ਸੋਲਿਊਬਲ ਇਨ ਵਾਟਰ, ਯਾਨੀ ਕਿ ਜਿਹੜਾ ਡਿਟਰਜੈਂਟ ਹੈ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਹੈਗਾ। ਉਹ ਤਾਂ ਜੀ ਸੋਪ ਵੀ ਘੁਲ ਜਾਂਦੀ ਹੈਗੀ ਆ, ਤਾਂ ਇਸ ਤਰ੍ਹਾਂ ਆਪਾਂ ਕੋਈ ਇਹਨੂੰ ਐਡਵਾਂਟੇਜ ਤਾਂ ਨਹੀਂ ਕਹਿ ਸਕਦੇ। ਅਗਲਾ ਕੁਐਸਚਨ ਹੈਗਾ ਕਿ ਡਿਟਰਜੈਂਟ ਕੁਡ ਨਾਟ ਗਿਵ ਮਚ ਲੈਦਰ, ਯਾਨੀ ਕਿ ਡਿਟਰਜੈਂਟ ਜਿਹੜੇ ਹੈ ਜ਼ਿਆਦਾ ਲੈਦਰ ਯਾਨੀ ਕਿ ਝਾਗ ਪ੍ਰੋਡਿਊਸ ਨਹੀਂ ਕਰ ਪਾਉਂਦੇ ਹੈਗੇ। ਤੀਜਾ ਕਹਿ ਰਿਹਾ ਹੈਗਾ ਡਿਟਰਜੈਂਟ ਗਿਵ ਲੈਦਰ ਈਵਨ ਵਿਦ ਹਾਰਡ ਵਾਟਰ। ਬੇਸਿਕਲੀ ਜਿਹੜੇ ਸਟੂਡੈਂਟ ਸਾਇੰਸ ਤੋਂ ਨਹੀਂ ਬਿਲੋਂਗ ਕਰਦੇ, ਮੈਂ ਤੁਹਾਨੂੰ ਦੱਸ ਦਿੰਦਾ ਕਿ ਵਾਟਰ ਦੇ ਵਿੱਚ ਬੇਸਿਕਲੀ ਕੀ ਕਰਦੇ ਨੇ, ਦੋ ਟਰਮ ਦੇ ਵਿੱਚ ਇਹਨੂੰ ਵੰਡ ਦਿੰਦੇ ਨੇ, ਸੌਫਟ ਵਾਟਰ ਅਤੇ ਹਾਰਡ ਵਾਟਰ। ਸੌਫਟ ਵਾਟਰ ਦੇ ਵਿੱਚ ਨਾ ਸੋਪ ਈਜ਼ੀਲੀ ਘੁਲ ਜਾਂਦੀ ਹੈਗੀ ਅਤੇ ਡਿਟਰਜੈਂਟ ਵੀ, ਲੇਕਿਨ ਜਦੋਂ ਵਾਟਰ ਹਾਰਡ ਬਣ ਜਾਂਦਾ ਹੈ ਨਾ ਉਹਦੇ ਵਿੱਚ ਕੀ ਹੁੰਦੇ ਨੇ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਜਿਹੜੀ ਹੈ ਕੁਆਂਟਿਟੀ ਉਹ ਵੱਧ ਜਾਂਦੀ ਹੈਗੀ ਆ, ਜਿਸ ਕਰਕੇ ਸੋਪ ਜਿਹੜੀ ਹੈ ਉਹਦੇ ਵਿੱਚ ਘੁਲ ਨਹੀਂ ਪਾਉਂਦੀ ਅਤੇ ਝਾਗ ਨਹੀਂ ਬਣਾਉਂਦੀ ਹੈਗੀ। ਅਤੇ ਸੋਪ ਦਾ ਆਹੀ ਇੱਕ ਡਰੋਬੈਕ ਹੈਗਾ ਜੇ ਆਪਾਂ ਡਿਟਰਜੈਂਟ ਨਾਲ ਇਹਨੂੰ ਕੰਪੇਅਰ ਕਰੀਏ। ਤਾਂ ਆਪਾਂ ਕਹਿ ਸਕਦੇ ਹਾਂ ਡਿਟਰਜੈਂਟ ਗਿਵ ਲੈਦਰ ਈਵਨ ਵਿਦ ਦਾ ਹਾਰਡ ਵਾਟਰ, ਆਪਸ਼ਨ ਨੰਬਰ ਸੀ। ਹੁਣ ਹੋਊਗਾ ਕੀ ਜੀ, ਜਦੋਂ ਹਾਰਡ ਵਾਟਰ ਦੇ ਨਾਲ ਨਾ ਸੋਪ ਜਿਹੜਾ ਸੋਲਿਊਸ਼ਨ ਮਿਲਾਇਆ ਜਾਊਗਾ ਉਹ ਕੀ ਕਰੂਗਾ, ਇੱਕ ਵਾਈਟ ਪ੍ਰੈਸਿਪਿਟੇਟ ਜਿਹੜਾ ਹੈ ਉਹ ਪ੍ਰੋਡਿਊਸ ਕਰੂਗਾ ਝਾਗ ਦੀ ਥਾਂ 'ਤੇ। ਯਾਨੀ ਕਿ ਝਾਗ ਬਣਾਉਣਾ ਬੇਸਿਕਲੀ ਆਪਾਂ ਕਰਦੇ ਕਿ ਦੇਖਦੇ ਵੀ ਹਾਂ ਘਰੇ ਵਿੱਚ ਵੀ, ਜਿਹੜੇ ਵਾਸ਼ਿੰਗ ਮਸ਼ੀਨ ਵੀ ਯੂਜ਼ ਕਰਦੇ ਨੇ ਝਾਗ ਬਣੀ ਹੁੰਦੀ ਜਦੋਂ ਆਪਾਂ ਡਿਟਰਜੈਂਟ ਯੂਜ਼ ਕਰਦੇ ਹਾਂ, ਜਾਂ ਅਦਰਵਾਈਜ਼ ਜਿਹੜੇ ਮੈਨੂਅਲੀ ਵੀ ਕੱਪੜੇ ਧੋਂਦੇ ਨੇ ਹੱਥਾਂ ਨਾਲ ਵੀ, ਉਹ ਵੀ ਤਾਂ ਆਪਾਂ ਦੇਖਦੇ ਹਾਂ ਕਿਵੇਂ ਝਾਗ ਬਣਦੀ ਹੈਗੀ ਆ। ਅਤੇ ਡਿਟਰਜੈਂਟ ਦਾ ਇੱਕ ਸੋਪ ਦੇ ਨਾਲ ਜਿਹੜੀ ਆਪਾਂ ਸਾਬਣ ਯੂਜ਼ ਕਰਦੇ ਹਾਂ ਉਹਦੇ ਨਾਲ ਇੱਕ ਆਹੀ ਫਾਇਦਾ ਹੈ ਕਿ ਹਾਰਡ ਵਾਟਰ ਦੇ ਵਿੱਚ ਨਾ ਡਿਟਰਜੈਂਟ ਜਿਹੜਾ ਹੈ ਚੰਗੀ ਤਰ੍ਹਾਂ ਝਾਗ ਬਣਾ ਦਿੰਦਾ ਹੈ। ਨੈਕਸਟ ਹੈ ਵਿਚ ਵਨ ਆਫ ਦਾ ਫੋਲੋਇੰਗ ਇਜ਼ ਏ ਮੇਜਰ ਗ੍ਰੀਨ ਹਾਊਸ ਗੈਸ। ਆਹ ਕੁਐਸਚਨ ਥੋੜ੍ਹਾ ਧਿਆਨ ਨਾਲ ਦੇਖਿਓ ਤੁਸੀਂ, ਕਿਉਂਕਿ ਗ੍ਰੀਨ ਹਾਊਸ ਗੈਸ ਦੇ ਬਾਰੇ ਨਾ ਬਹੁਤ ਵਾਰ ਜਿਹੜਾ ਕਨਫਲਿਕਟ ਰਹਿੰਦਾ ਹੈ ਕਿ ਕਿਹੜੀ ਗ੍ਰੀਨ ਹਾਊਸ ਗੈਸ ਹੈ ਜਾਂ ਕਿਹੜੀ ਨਹੀਂ ਹੈ। ਜਿਹੜੀ ਪ੍ਰਾਇਮਰੀਲੀ ਗ੍ਰੀਨ ਹਾਊਸ ਗੈਸ ਹੈ ਨਾ ਉਹ ਕੁਝ ਗੈਸਾਂ ਨੇ। ਪਹਿਲਾ ਹੈ ਵਾਟਰ ਵੈਪਰ, ਸੈਕਿੰਡ ਵਨ ਇਜ਼ ਕਾਰਬਨ ਡਾਈਆਕਸਾਈਡ, ਥਰਡ ਵਨ ਇਜ਼ ਮੀਥੇਨ, ਫੋਰਥ ਵਨ ਇਜ਼ ਨਿਟਰਸ ਆਕਸਾਈਡ ਅਤੇ ਫਿਫਥ ਵਨ ਇਜ਼ ਓਜ਼ੋਨ। ਆਹ ਜਿਹੜੀਆਂ ਨੇ ਆਪਣੀ ਪ੍ਰਾਇਮਰੀਲੀ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਨੇ। ਅਤੇ ਇਹਨਾਂ ਵਿੱਚ ਤੁਸੀਂ ਦੇਖ ਰਹੇ ਹੋ ਆਨਸਰ ਕਿਹੜਾ ਬਣ ਜਾਊਗਾ ਆਪਣਾ, ਕਾਰਬਨ ਡਾਈਆਕਸਾਈਡ। ਹਾਂ, ਓਜ਼ੋਨ ਨੂੰ ਜਿਹੜੀ ਡਿਪਲੈਟ ਕਰ ਰਹੀ ਹੈ, ਯਾਨੀ ਕਿ ਓਜ਼ੋਨ ਲੇਅਰ ਨੂੰ ਜਿਹੜੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ, ਉਸ ਲਈ ਆਪਾਂ ਕਹਿ ਦਾਂਗੇ ਕਿ ਹਾਂਜੀ CFC ਹੈ, ਯਾਨੀ ਕਿ ਕਲੋਰੋਫਲੋਰੋ ਕਾਰਬਨ ਹੈਗੀ ਹੈ। ਲੇਕਿਨ ਆਹ ਇੱਕ ਗ੍ਰੀਨ ਹਾਊਸ ਗੈਸ ਨਹੀਂ ਹੈਗੀ। ਸਮਝ ਰਹੇ ਹੋ ਇਸ ਗੱਲ ਦਾ ਨਾ, ਆਹ ਡਿਫਰੈਂਸ ਹੈ ਥੋੜ੍ਹਾ ਜਿਹਾ। ਬਹੁਤ ਕਨਫਿਊਜ਼ਿੰਗ ਸਟੇਟਮੈਂਟ ਨੇ ਆਹ, ਪਰ ਮੈਂ ਟਰਾਈ ਕੀਤਾ ਕਿ ਸਭ ਕੁਝ ਲਿਖ ਦੇਵਾਂ। ਆਹ ਜਿਹੜੀ ਗੈਸ ਨੇ ਆਹੀ ਆਪਣੀ ਜਿਹੜੀਆਂ ਨੇ ਪ੍ਰਾਇਮਰੀ ਜਿਹੜੇ ਆਪਣੇ ਅਰਥ ਦੇ ਐਟਮੋਸਫੇਅਰ ਵਿੱਚ ਪਾਈ ਜਾਂਦੇ ਨੇ ਉਹੀ ਗ੍ਰੀਨ ਹਾਊਸ ਗੈਸਿਸ ਨੇ। ਅਤੇ ਦੂਜੀ ਗੱਲ ਆ ਵੀ ਹੈ, ਜੇਕਰ ਗ੍ਰੀਨ ਹਾਊਸ ਗੈਸਿਸ ਨਾ ਹੁੰਦੀ ਨਾ ਤਾਂ ਆਪਣੀ ਪ੍ਰਿਥਵੀ ਦਾ ਨਾ ਜਿਹੜਾ ਐਵਰੇਜ ਟੈਂਪਰੇਚਰ ਹੈ ਨਾ ਉਹ -18 ਡਿਗਰੀ ਸੈਲਸੀਅਸ ਹੋਣਾ ਸੀਗਾ। ਤੁਸੀਂ ਸਮਝ ਰਹੇ ਹੋ ਕਿਵੇਂ ਜੀ, -18 ਡਿਗਰੀ ਸੈਲਸੀਅਸ ਜੇਕਰ ਆਹ ਗੈਸਿਸ ਆਪਣੇ ਇਨਵਾਇਰਮੈਂਟ ਦੇ ਵਿੱਚ ਨਹੀਂ ਹੁੰਦੇ। ਦੈਟ ਮੀਨਸ ਆਹ ਗੈਸਿਸ ਜਿਹੜੀਆਂ ਆਪਣੀ ਇਨਵਾਇਰਮੈਂਟ ਦੇ ਲਈ, ਅਰਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸ਼ਖਸੀਅਤ ਹੈ ਵੀ ਜਿਹਨੂੰ ਚਿਪਕੋ ਮੂਵਮੈਂਟ ਦਾ ਲੀਡਰ ਮੰਨਿਆ ਜਾਂਦਾ ਹੈਗਾ। ਕਾਫੀ ਬੇਸਿਕ ਕੁਐਸਚਨ ਹੈ, ਆਨਸਰ ਤੁਹਾਨੂੰ ਪਤਾ ਹੀ ਹੋਗਾ ਇਸ ਦਾ ਜੀ। ਆਹ ਨੇ ਜੀ ਸੁੰਦਰ ਲਾਲ ਬਾਹੂਗੁਣਾ, ਆਪਸ਼ਨ ਨੰਬਰ ਸੀ। ਕਿਉਂਕਿ ਜਿਹੜੀ ਚਿਪਕੋ ਮੂਵਮੈਂਟ ਸੀਗੀ ਉਹ ਵਰਿੱਖਾਂ ਨੂੰ ਕੱਟਣ ਦੀ ਇੱਕ ਸਰਕਾਰ ਵੱਲੋਂ ਆਰਡਰ ਸੀਗਾ, ਉਹਦਾ ਖਿਲਾਫ ਕੀਤਾ ਸੀਗਾ, ਯਾਨੀ ਕਿ ਖਿਲਾਫਤ ਸੀ ਉਹਨਾਂ ਦੇ। ਬੇਸਿਕਲੀ ਲੋਕਾਂ ਨੇ ਕੀਤਾ ਕੀ ਸੀਗਾ, ਪੇੜਾਂ ਦੇ ਨਾਲ ਐਵੇਂ ਜਾ ਕੇ ਚਿਪਕ ਗਏ ਸੀਗੇ ਕਿ ਅਸੀਂ ਪੇੜ ਨੂੰ ਕੱਟਣ ਜਿਹੜਾ ਨਹੀਂ ਦੇਣਾ ਹੈਗਾ। ਇਸੇ ਕਰਕੇ ਇਸ ਦਾ ਨਾਮ ਮੂਵਮੈਂਟ ਦਾ ਨਾਮ ਚਿਪਕੋ ਮੂਵਮੈਂਟ ਪਿਆ ਸੀਗਾ। ਅਤੇ ਆਹ ਜਿਹੜਾ ਸੀਗਾ 1973 ਦੇ ਅੰਦਰ ਉੱਤਰਾਖੰਡ, ਬੇਸਿਕਲੀ ਉੱਤਰਾਖੰਡ ਜਿਹੜਾ 2000 ਦੇ ਵਿੱਚ ਉੱਤਰਾਖੰਡ ਬਣਿਆ ਸੀਗਾ। ਉਸ ਤੋਂ ਪਹਿਲਾਂ ਜਿਹੜਾ ਸੀਗਾ ਉੱਤਰ ਪ੍ਰਦੇਸ਼ ਦਾ ਹੀ ਪਾਰਟ ਸੀਗਾ ਇੱਕ। ਤਾਂ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਆਪਾਂ ਆਨਸਰ ਉੱਤਰਾਖੰਡ ਹੀ ਲਾਵਾਂਗੇ। ਆਨਸਰ ਕੀ ਆਪਣਾ, ਆਪਸ਼ਨ ਨੰਬਰ ਸੀ ਸੁੰਦਰ ਲਾਲ ਬਾਹੂਗੁਣਾ। ਨੈਕਸਟ ਕੁਐਸਚਨ ਹੈਗਾ ਕਿ ਕਿਹੜੇ ਫੋਰੈਸਟ ਨੂੰ ਪਲੈਨਟ ਅਰਥ ਦਾ ਲੰਗ ਵੀ ਕਿਹਾ ਜਾਂਦਾ, ਯਾਨੀ ਕਿ ਧਰਤੀ ਦੇ ਫੇਫੜੇ ਵੀ ਕਿਹਾ ਜਾਂਦਾ ਹੈ। ਆਹ ਹੁੰਦਾ ਹੈ ਜੀ ਬੇਸਿਕਲੀ ਕਿਹਾ ਕੁਝ ਜਾਂਦਾ ਹੈਗਾ। ਪਹਿਲਾਂ ਮੈਂ ਤੁਹਾਨੂੰ ਨਾ ਮੈਪ ਨਾਲ ਸਮਝਾਉਣਾ। ਆਹ ਜਿਹੜਾ ਆਪਾਂ ਮੈਪ ਦੇਖ ਰਹੇ ਨਾ, ਆਹ ਜਿਹੜਾ ਸਾਊਥ ਅਮਰੀਕਾ ਦਾ ਮੈਪ ਹੈ, ਕਿਉਂਕਿ 7 ਕੰਟੀਨੈਂਟ ਨੇ, ਉਹਨਾਂ ਵਿੱਚੋਂ ਇੱਕ ਜਿਹੜਾ ਨਾਰਥ ਅਮਰੀਕਾ ਤੋਂ ਨਿਚਲੀ ਸਾਈਡ 'ਚ ਆਪਾਂ ਗੱਲ ਕਰੀਏ ਉਹ ਹੈ ਸਾਊਥ ਅਮਰੀਕਾ। ਜਿਹੜਾ ਤੁਸੀਂ ਆਹ ਦੇਖ ਰਹੇ ਹੋ ਨਾ ਪਾਰਟ, ਆਹ ਸਾਰਾ ਹੀ ਕੀ ਹੈ ਜੀ, ਅਮੇਜ਼ਨ ਰੇਨ ਫੋਰੈਸਟ ਹੈਗਾ। ਇਹ ਬੇਸਿਕਲੀ ਕਰਦਾ ਕੀ ਹੈ, ਇਹ ਐਬਜ਼ਰਵ ਕਰਦਾ ਹੈ ਕਾਰਬਨ ਡਾਈਆਕਸਾਈਡ ਨੂੰ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ, ਅਤੇ ਆਕਸੀਜਨ ਜਿਹੜੀ ਹੈ ਪ੍ਰੋਡਿਊਸ ਕਰਦਾ। ਆਪਾਂ ਨੂੰ ਪਤਾ ਹੀ ਹੈ ਕਿ ਜਿਵੇਂ ਆਪਾਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਉਸੇ ਤਰ੍ਹਾਂ ਪੇੜ ਵੀ ਜਿਹੜਾ ਹੈ ਆਕਸੀਜਨ ਛੱਡਦਾ ਅਤੇ ਕਾਰਬਨ ਡਾਈਆਕਸਾਈਡ ਲੈਂਦਾ। ਇਸੇ ਕਰਕੇ ਕਿਉਂਕਿ ਆਹ ਬਹੁਤ ਹੀ ਇੱਕ ਬਿਗ ਅਮਾਊਂਟ ਨੂੰ ਕੰਜ਼ਿਊਮ ਕਰਦੇ ਨੇ ਅਤੇ ਬਹੁਤ ਹੀ ਵੱਡੀ ਅਮਾਊਂਟ ਨੂੰ ਆਕਸੀਜਨ ਪ੍ਰੋਡਿਊਸ ਕਰਦੇ ਨੇ, ਇਸੇ ਲਈ ਇਸਨੂੰ ਕੀ ਕਿਹਾ ਜਾਂਦਾ ਹੈ, ਲੰਗਸ ਆਫ ਦਾ ਅਰਥ ਕਿਹਾ ਜਾਂਦਾ। ਤਾਂ ਆਪਸ਼ਨ ਨੰਬਰ ਡੀ ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ। ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਸਟ ਨੈਸ਼ਨਲ ਪਾਰਕ ਆਫ ਇੰਡੀਆ।
ਯਾਨੀ ਕਿ ਆਪਣੇ ਇੰਡੀਆ ਦਾ ਸਭ ਤੋਂ ਪਹਿਲਾ ਰਾਸ਼ਟਰੀ ਪਾਰਕ ਕਿਹੜਾ ਹੈ? ਉਹ ਹੈਗਾ ਜੀ ਉੱਤਰਾਖੰਡ ਦਾ ਕੋਰਬੇਟ ਨੈਸ਼ਨਲ ਪਾਰਕ, ਆਪਸ਼ਨ ਨੰਬਰ ਡੀ। ਇਸਟੈਬਲਿਸ਼ ਕਦੋਂ ਹੋਇਆ ਸੀਗਾ ਜੀ ਨੈਸ਼ਨਲ ਕੋਰਬੇਟ ਪਾਰਕ? ਇਹ ਹੋਇਆ ਸੀਗਾ ਜੀ 1936 ਦੇ ਵਿੱਚ। ਅਤੇ ਉਸ ਟਾਈਮ 'ਤੇ ਇਹਦਾ ਨਾਂ ਕੀ ਸੀਗਾ ਜੀ? ਹੈਲੀ ਨੈਸ਼ਨਲ ਪਾਰਕ ਸੀਗਾ, ਕਿਉਂਕਿ ਇਹਦੇ ਫਾਊਂਡਰ ਕੌਣ ਸੀ? ਸਰ ਮੈਲਕਮ ਹੈਲੀ। ਬਾਅਦ ਦੇ ਵਿੱਚ ਇਹਦਾ ਨਾਂ ਜਿਹੜਾ ਚੇਂਜ ਕਰਕੇ ਜੋ ਹੈ ਨੈਸ਼ਨਲ ਕੋਰਬੇਟ ਪਾਰਕ ਕਰ ਦਿੱਤਾ ਗਿਆ ਸੀਗਾ। ਤਾਂ ਆਨਸਰ ਆਪਣਾ ਆਪਸ਼ਨ ਨੰਬਰ ਡੀ। ਹੁਣ ਆਪਾਂ ਗੱਲ ਕਰਦੇ ਹਾਂ ਮੇਨਟੇਨੈਂਸ ਆਫ ਜੈਨੇਟਿਕ ਡਾਇਵਰਸਿਟੀ ਇਨ ਨੈਸ਼ਨਲ ਪਾਰਕ ਇਜ਼ ਡਨ ਬਾਏ। ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਵਿਲੁਪਤ ਹੋਣ ਵਾਲੀਆਂ ਜਿਹੜੀ ਸਪੀਸੀਜ਼ ਨੇ ਉਹੀ ਆਪਾਂ ਨੈਸ਼ਨਲ ਪਾਰਕ ਦੇ ਵਿੱਚ ਜਾਂ ਦੂਜੇ ਬਾਇਓਸਫੀਅਰ ਰਿਜ਼ਰਵ ਦੇ ਵਿੱਚ, ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਆਪਾਂ ਪ੍ਰੋਟੈਕਟ ਕਰਕੇ ਰੱਖਦੇ ਹਾਂ। ਤਾਂ ਉਹਦਾ ਬੈਸਟ ਤਰੀਕਾ ਕੀ ਹੈ ਕਿ ਉਹਨੂੰ ਕਿਵੇਂ ਕੀਤਾ ਜਾ ਸਕਦਾ ਹੈ ਕਿ ਜੈਨੇਟਿਕ ਡਾਇਵਰਸਿਟੀ ਮੇਨਟੇਨ ਰਹੇ, ਕਿਉਂਕਿ ਜੇ ਜੀਨ ਹੀ ਖਤਮ ਹੋ ਗਿਆ ਤਾਂ ਉਹ ਜੀ ਗੱਲ ਹੈ ਉਹਦੀ ਜਿਹੜੀ ਸਪੀਸੀਜ਼ ਹੈ ਉਹ ਖਤਮ ਹੀ ਹੋ ਜਾਣੀ ਹੈ। ਇਹਦੇ ਵਿੱਚ ਨਾ 2 ਆਪਸ਼ਨ ਦਿੱਤੇ ਗਏ ਨੇ ਜਿਹੜੇ ਕਾਫੀ ਜ਼ਿਆਦਾ ਕਨਫਿਊਜ਼ਿੰਗ ਵੀ ਨੇ, ਇਨ ਸੀਟੂ ਕਨਵਰਸੇਸ਼ਨ, ਐਕਸ ਸੀਟੂ ਕਨਵਰਸੇਸ਼ਨ। ਜਿਹੜਾ ਆਨਸਰ ਇਹਦਾ ਸਟੀਕ ਉਹ ਹੈ ਜੀ ਇਨ ਸੀਟੂ ਕਨਵਰਸੇਸ਼ਨ, ਕਿਉਂਕਿ ਇਨ ਸੀਟੂ ਦੇ ਵਿੱਚ ਹੁੰਦਾ ਕੀ ਹੈ, ਜਿਹੜੀ ਆਪਾਂ ਮੇਨਟੇਨੈਂਸ ਕਰਨੀ ਹੈ ਜਾਂ ਜਿਹੜੀ ਸਪੀਸੀਜ਼ ਦੀ ਆਪਾਂ ਨੂੰ ਰਿਕਵਰੀ ਕਰਨੀ ਹੈ ਉਹਨੂੰ ਉਹਦੇ ਨੈਚੁਰਲ ਹੈਬੀਟੇਟ ਦੇ ਵਿੱਚ ਹੀ ਜਿਹੜਾ ਹੈ ਕੰਜ਼ਰਵ ਕੀਤਾ ਜਾਂਦਾ ਹੈਗਾ। ਮੰਨ ਲਓ ਕਿਸੇ ਪਰਟੀਕੂਲਰ ਏਰੀਆ, ਮੰਨ ਲਓ ਜੇ ਮੈਂ ਇੱਕ ਸਕੇਅਰ ਬਣਾਉਣਾ ਅਤੇ ਮੈਂ ਗੱਲ ਕਹਾਂ ਕਿ ਇੱਥੇ ਜਿਹੜਾ ਟਾਈਗਰ ਹੈ ਨਾ ਇਸ ਏਰੀਆ ਦੇ ਵਿੱਚ ਪਾਇਆ ਜਾਂਦਾ ਹੈ, ਠੀਕ ਹੈ, ਤਾਂ ਆਪਾਂ ਕੀ ਕਰਾਂਗੇ ਇੱਥੇ ਹੀ ਏਰੀਆ ਬਣਾ ਦਾਂਗੇ ਕਿਉਂਕਿ ਇੱਥੇ ਨੈਚੁਰਲੀ ਪਾਇਆ ਜਾਂਦਾ ਹੈ ਨਾ, ਅਤੇ ਇੱਥੇ ਹੀ ਉਹਨਾਂ ਨੂੰ ਕੰਜ਼ਰਵ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ, ਤਾਂ ਹੋ ਜਾਊਗਾ ਇਨ ਸੀਟੋ ਕੰਜ਼ਰਵੇਸ਼ਨ। ਜੇਕਰ ਮੈਂ ਗੱਲ ਕਰਾਂ ਐਕਸ ਸੀਟੋ ਕਨਵਰਸੇਸ਼ਨ ਦੀ, ਤਾਂ ਐਕਸ ਸੀਟੋ ਜਿਹੜਾ ਕੰਜ਼ਰਵੇਸ਼ਨ ਹੈ, ਮੰਨ ਲਓ ਕੋਈ ਨੈਚੁਰਲ ਟਾਈਗਰ ਜਿਹੜਾ ਹੈਬੀਟੇਟ ਹੈ ਉਹ ਇੱਥੇ ਪਾਇਆ ਜਾਂਦਾ ਹੈਗਾ, ਜੇ ਮੈਂ ਉਹਨਾਂ ਨੂੰ ਚੱਕ ਕੇ ਇੱਥੇ ਰੱਖ ਦੇਵਾਂ, ਯਾਨੀ ਕਿ ਜਿਹੜਾ ਨੈਚੁਰਲ ਹੈਬੀਟੇਟ ਹੈ ਉਹ ਤਾਂ ਆ ਸੀਗਾ, ਮੈਂ ਇਹਨਾਂ ਨੂੰ ਇੱਧਰੋਂ ਚੱਕ ਕੇ ਟ੍ਰਾਂਸਫਰ ਕਰਕੇ ਇੱਥੇ ਜਿਹੜਾ ਹੈ ਕੰਜ਼ਰਵੇਸ਼ਨ ਲਈ ਲਾ ਦਾਂ, ਯਾਨੀ ਕਿ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ। ਬੇਸਿਕਲੀ ਹੋਇਆ ਕੀ ਹੈ, ਕੰਜ਼ਰਵ ਤਾਂ ਇਹਨਾਂ ਨੂੰ ਕਰ ਲਿੱਤਾ ਹੈਗਾ, ਲੇਕਿਨ ਜਿਹੜੇ ਇਹਨਾਂ ਦਾ ਨੈਚੁਰਲ ਹੈਬੀਟੇਟ ਸੀ ਨਾ ਉੱਥੇ ਨਹੀਂ ਕੀਤਾ, ਉਹ ਤੋਂ ਅੱਡ ਥਾਂ 'ਤੇ ਕੀਤਾ ਹੈਗਾ। ਇਸੇ ਕਰਕੇ ਇਹਨੂੰ ਕੀ ਕਿਹਾ ਜਾਂਦਾ ਹੈ ਜੀ ਐਕਸ ਸੀਟੋ ਕੰਜ਼ਰਵੇਸ਼ਨ। ਲੇਕਿਨ ਜਿਹੜਾ ਜੈਨੇਟਿਕ ਡਾਇਵਰਸਿਟੀ ਹੈ ਬਈ ਉਹਨੂੰ ਆਪਾਂ ਇਨ ਸੀਟੋ ਕਨਵਰਸੇਸ਼ਨ, ਯਾਨੀ ਕਿ ਜਿਹੜਾ ਉਹਦਾ ਨੈਚੁਰਲ ਹੈਬੀਟੇਟ ਹੈ ਉਹਦੇ ਵਿੱਚ ਹੀ ਰੱਖ ਕੇ ਕਰ ਸਕਦੇ ਹਾਂ ਬੈਟਰ ਵੇ ਨਾਲ। ਤਾਂ ਆਨਸਰ ਹੋ ਜਾਊਗਾ ਆਪਣਾ ਆਪਸ਼ਨ ਨੰਬਰ ਏ। ਨੈਕਸਟ ਹੈ ਤੇ ਆਪਣਾ ਲਾਸਟ ਕੁਐਸਚਨ ਹੈ, ਤੇ ਆ ਵੀ ਦੇਖਣ ਵਾਲਾ ਆਏਗਾ ਕਿ ਵਿਚ ਆਫ ਦਾ ਫੋਲੋਇੰਗ ਐਕਟ ਦਾ ਪ੍ਰੋਵੀਜ਼ਨ ਵਾਜ਼ ਮੇਡ ਫॉर ਦਾ ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਐਟ ਕੈਲਕਟਾ। ਆਪਾਂ ਨੂੰ ਪਤਾ ਕਿ ਜਿਹੜੀ ਆਪਣੀ ਸੁਪਰੀਮ ਕੋਰਟ ਸੀਗੀ ਉਹ ਕੈਲਕਟਾ ਦੇ ਵਿੱਚ ਖੁੱਲ੍ਹੀ ਸੀਗੀ, ਤਾਂ ਕਿਹੜੇ ਐਕਟ ਦੇ ਦੌਰਾਨ ਆ ਖੁੱਲ੍ਹੀ ਸੀਗੀ? ਤਾਂ ਓਪਨ ਹੋਈ ਸੀਗੀ ਜੀ ਰੈਗੂਲੇਟਿੰਗ ਐਕਟ 1773। ਬੇਸਿਕਲੀ ਕੁਐਸਚਨ ਦਾ ਆਨਸਰ ਮੈਂ ਇਸ ਕਰਕੇ ਦੇ ਰਿਹਾ ਕਿਉਂਕਿ ਬੱਚੇ ਨੂੰ ਮੈਨੂੰ ਮੈਸੇਜ ਵੀ ਆਇਆ ਸੀਗਾ ਕਿ ਸਰ ਇਸ ਬਾਰੇ ਕਾਫੀ ਕਨਫਿਊਜ਼ਨ ਹੈ, ਤਾਂ ਕਲੀਅਰ ਕਰੋ। ਤਾਂ ਤੁਸੀਂ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਕਿਸੇ ਕੁਐਸਚਨ ਦੇ ਵਿੱਚ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਲਿਆ ਕਰੋ, ਮੈਂ ਇੱਕ ਡਾਊਟ ਸੈਸ਼ਨ ਲੈਣ ਲਈ ਨਾ ਇੱਕ ਸੈਪਰੇਟ ਵੀਡੀਓ ਹੀ ਬਣਾ ਦੇਵਾਂਗਾ ਇਹਦੇ ਲਈ। ਹੁਣ ਹੋਇਆ ਕੀ ਸੀਗਾ ਜੀ, ਰੈਗੂਲੇਟਿੰਗ ਐਕਟ 1773 ਕਰਕੇ 1774 ਦੇ ਅੰਦਰ ਕੋਲਕਾਤਾ ਦੇ ਅੰਦਰ ਫੋਰਟ ਵਿਲੀਅਮ ਦੇ ਵਿੱਚ ਕੀ ਕੀਤਾ ਸੀਗਾ, ਸੁਪਰੀਮ ਕੋਰਟ ਇਸਟੈਬਲਿਸ਼ ਕਰ ਦਿੱਤਾ ਗਿਆ ਸੀਗਾ। ਕਿਸ ਐਕਟ ਦੇ ਤਹਿਤ? ਰੈਗੂਲੇਟਿੰਗ ਐਕਟ 1773। ਕਦੋਂ ਫੋਰਮ ਹੋਇਆ? 74 ਦੇ ਵਿੱਚ, ਯਾਨੀ ਕਿ ਅਗਲੇ ਸਾਲ। ਆ ਜਿਹੜੀ ਇੱਕ ਮੈਂ ਥੋੜ੍ਹੀ ਜਿਹੀ ਵਿਕੀਪੀਡੀਆ ਤੋਂ ਦੀ ਫੋਟੋ ਵੀ ਲਈ ਹੈ ਕਿ ਆ ਜਿਹੜਾ ਆਪਣਾ ਸੁਪਰੀਮ ਕੋਰਟ ਸੀਗਾ। ਹੁਣ ਹੁੰਦਾ ਕੀ ਹੈ ਜੀ, ਆ ਜਿਹੜਾ ਹਾਈਐਸਟ ਕੋਰਟ ਸੀਗਾ, ਕਿਉਂਕਿ ਬ੍ਰਿਟਿਸ਼ ਇੰਡੀਆ ਦਾ ਹਾਈਐਸਟ ਕੋਰਟ ਸੁਪਰੀਮ ਕੋਰਟ ਹੀ ਸੀਗਾ, ਇਹ 1862 ਤੱਕ ਜਿਹੜਾ ਸੀਗਾ ਹਾਈਐਸਟ ਰਿਹਾ ਸੀਗਾ। ਉਸ ਤੋਂ ਬਾਅਦ ਕੀ ਹੋਇਆ ਸੀਗਾ ਜੀ 1861 ਦੇ ਵਿੱਚ ਜਿਹੜਾ ਸੀ ਤੁਹਾਨੂੰ ਪਤਾ ਹੀ ਹੈ ਹਾਈ ਕੋਰਟ ਐਕਟ ਆ ਗਿਆ ਸੀਗਾ, ਅਤੇ ਉਹਦੇ ਦੌਰਾਨ ਜਿਹੜਾ ਕੈਲਕੱਟਾ ਹੋ ਗਿਆ, ਬੰਬੇ ਹੋ ਗਿਆ, ਮਦਰਾਸ, ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਹਾਈ ਕੋਰਟ ਲੈ ਦਿੱਤਾ ਗਿਆ ਸੀਗਾ। ਤਾਂ ਜਿਹੜਾ ਸੁਪਰੀਮ ਕੋਰਟ ਦੀ ਗੱਲ ਹੈ ਉਹ ਹੋਇਆ ਸੀ ਜੀ 1773 ਦੇ ਵਿੱਚ। ਹੁਣ ਜੇਕਰ ਗੱਲ ਕਰਾਂ ਆਪਣਾ ਅੱਜ ਦਾ ਸੁਪਰੀਮ ਕੋਰਟ, ਉਹ ਹੋਇਆ ਸੀ ਜੀ 1950 ਦੇ ਵਿੱਚ ਇਸਟੈਬਲਿਸ਼ਮੈਂਟ। ਅਤੇ ਕਿਉਂਕਿ ਆ ਤਾਂ ਜਿਹੜੀ ਸੀ ਵੀ ਆ ਸੁਪਰੀਮ ਕੋਰਟ ਤਾਂ ਇੱਧਰ ਹਾਈ ਕੋਰਟ ਆ ਗਿਆ ਸੀ, ਤਾਂ ਇਹਦੀ ਵਰਕਿੰਗ ਜਿਹੜੀ ਸੀ ਖਤਮ ਹੋ ਗਈ ਸੀਗੀ। ਫਿਰ 1935 ਦਾ ਜਿਹੜਾ ਐਕਟ ਆਇਆ ਸੀਗਾ, ਉਸ ਤੋਂ ਬਾਅਦ ਜਿਹੜਾ ਸੀਗਾ ਫੈਡਰਲ ਕੋਰਟ ਸ਼ੁਰੂ ਹੋ ਗਿਆ ਸੀਗਾ। ਅਤੇ ਜਦੋਂ ਇੰਡੀਆ ਆਜ਼ਾਦ ਹੋਇਆ ਉਹ ਫੈਡਰਲ ਕੋਰਟ ਕਨਵਰਟ ਕਰਕੇ ਸੁਪਰੀਮ ਕੋਰਟ ਬਣ ਗਿਆ ਸੀਗਾ। ਅਤੇ ਜਿਹੜਾ ਹਾਈ ਕੋਰਟ ਸੀਗਾ ਉਹ 1861 ਦੇ ਐਕਟ ਦੇ ਦੌਰਾਨ ਜਿਹੜਾ ਅੱਜ ਵੀ ਚੱਲਦਾ ਜਿਹੜਾ ਆ ਰਿਹਾ ਹੈਗਾ। ਅਤੇ ਜਦੋਂ ਆਪਣਾ ਫਸਟ ਟਾਈਮ ਸੁਪਰੀਮ ਕੋਰਟ ਕੈਲਕਟਾ ਦੇ ਵਿੱਚ ਖੁੱਲ੍ਹਿਆ ਸੀਗਾ, ਅਤੇ ਉਹਦੇ ਫਸਟ CJI ਕੌਣ ਸੀ, ਚੀਫ ਜਸਟਿਸ ਕੌਣ ਸੀ? ਆ ਸੀਗੇ ਜੀ ਸਰ ਐਲੀਜ਼ਾ ਐਮਫੇ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੈਗਾ। ਤਾਂ ਆ ਜਿਹੜਾ ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਮੈਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਦੇ ਵਿੱਚੋਂ। ਆਨਸਰ ਤਾਂ ਇਹਦਾ ਆਪਸ਼ਨ ਨੰਬਰ ਏ ਹੈ, ਰੈਗੂਲੇਟਿੰਗ ਐਕਟ 1773। ਹਾਲਾਂਕਿ ਅੱਜ ਦਾ ਲੈਕਚਰ ਥੋੜ੍ਹਾ ਕਾਫੀ ਲੰਬਾ ਚਲਾ ਗਿਆ ਕਿਉਂਕਿ ਮੈਂ ਚਾਹ ਰਿਹਾ ਸੀਗਾ ਕਿ ਡੀਪਲੀ ਡਿਸਕਸ ਕਰਾਂ ਤੁਹਾਡੇ ਸਾਰਿਆਂ ਦੇ ਨਾਲ। ਚਲੋ ਵੀ ਜੇਕਰ ਵੀਡੀਓ ਸਮਝ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਿਓ, ਅਤੇ ਆਪਣੇ ਸਟੱਡੀ ਗਰੁੱਪ ਭਾਵੇਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੈ ਉਹਨੂੰ ਸ਼ੇਅਰ ਕਰੋ। ਸੋ ਥੈਂਕਸ ਫॉर ਵਾਚਿੰਗ। ਵੀ ਜਲਦੀ ਮਿਲਾਂਗੇ ਅਗਲੇ ਪਾਰਟ ਦੇ ਨਾਲ। ਥੈਂਕ ਯੂ ਸੋ ਮਚ। ਜੈ ਹਿੰਦ, ਜੈ ਭਾਰਤ।